गुरुदेव धन गुरुदेव, जय गुरुदेव धन गुरुदेव। कोई जाने ना जाने मेरा सतगुर दिल दिया जाने, कोई जाने ना जाने मेरा सतगुर दिल दिया जाने, कोई जाने ना जाने मेरा सतगुर दिल दिया जाने, सतगुर दिल दिया जाने कांछी वाला दिल दिया जाने। कोई जाने ना जाने मेरा सतगुर दिल दिया जाने। ਕੱਲਾ ਹੀ ਤੁਰਿਆ ਸੀ ਉਹ ਦਿਲ ਵਿੱਚ ਲੈ ਅੱਖਰਾਂ ਦੀ ਲੋ, ਦਿਲ ਵਿੱਚ ਲੈ ਅੱਖਰਾਂ ਦੀ ਲੋ। ਕੱਲਾ ਹੀ ਤੁਰਿਆ ਸੀ ਉਹ ਦਿਲ ਵਿੱਚ ਲੈ ਅੱਖਰਾਂ ਦੀ ਲੋ। ਮਾਰ ਹਲੂਣਾ ਕੌਮ ਜਗਾਈ ਹੱਕਾਂ ਦੀ ਸੀ ਚਿਣਗ ਜਗਾਈ, ਮਾਰ ਹਲੂਣਾ ਕੌਮ ਜਗਾਈ ਹੱਕਾਂ ਦੀ ਸੀ ਚਿਣਗ ਜਗਾਈ। ਭੀਮ ਰਾਓ ਇੱਕ ਸੂਰਜ ਮਗਦਾ ਹਰ ਥਾਂ ਪਹੁੰਚੀ ਜਿਸ ਦੀ ਲੋ। ਕੱਲਾ ਹੀ ਤੁਰਿਆ ਸੀ ਉਹ ਦਿਲ ਵਿੱਚ ਲੈ ਅੱਖਰਾਂ ਦੀ ਲੋ। ਜੈ ਭੀਮ ਜੈ ਭੀਮ ਜੈ 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 ਭੀਮ, ਜੈ ਭੀਮ ਜੈ ਭੀਮ ਜੈ 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 ਭੀਮ। ਬੰਗਾ ਚੇਅਰਮੈਨ ਸਾਹਿਬ ਕਮਲਜੀਤ ਬੱਬੂ, ਗੁਰਦੀਪ ਸਿੰਘ ਜੀ ਸ਼ਿੰਦਾ, ਨਿੰਦਰ ਸਿੰਘ ਜੀ, ਜਸਵਿੰਦਰ ਸਿੰਘ ਜੀ, ਲਖਵਿੰਦਰ ਸਿੰਘ ਲੱਖਾ, ਜਸਵੀਰ ਸਰੋਇਆ, ਜਗਦੀਸ਼ ਸਰੋਇਆ, ਲੱਕੀ ਬੰਗਾ, ਸੋਨੂ ਬੰਗਾ, ਮਨਪ੍ਰੀਤ ਮੱਲ, ਕੁਲਦੀਪ ਦੜੋਟ, ਕਮਲ ਮਾਂਗਟ, ਜੱਗਾ ਪਹਿਲਵਾਨ ਜੀ, ਰੂਪਲਾਲ ਜੀ ਬਸਰਾ ਕੈਨੇਡਾ ਤੋਂ, ਡਾਕਟਰ ਬਲਵੀਰ ਸਿੰਘ ਜੀ, ਜੱਗਾ ਪਹਿਲਵਾਨ ਜੀ, ਬਿਰਜ ਲਾਲ ਜੀ ਸਾਬਕਾ ਸਰਪੰਚ, ਬਲਵਿੰਦਰ ਸਿੰਘ ਜੀ ASI ਸਾਹਿਬ, ਪ੍ਰੇਮ ਲਾਲ ਜੀ ਬੰਗਾ ਤੇ ਪਾਖਰ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿੰਦਾ ਭਾਜੀ, ਜਿੰਨੇ ਵੀ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਕਲਾ ਮੰਚ ਦੇ ਇੰਚਾਰਜ ਭੈਣ ਜੀ ਉਹ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਜੀ। ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ।
ਪੁੱਤ ਵੰਡਾਉਣ ਜ਼ਮੀਨਾਂ ਦੀਆਂ ਦੁੱਖ ਵੰਡਾਉਂਦੀਆਂ ਨੇ ਪੁੱਤ ਵੰਡਾਉਣ ਜ਼ਮੀਨਾਂ ਦੀਆਂ ਦੁੱਖ ਵੰਡਾਉਂਦੀਆਂ ਨੇ ਲੋਕਾਂ ਨਾਲ ਕਹਿਰ ਗੁਜ਼ਾਰੋ ਧੀ ਬਣ ਕੇ ਜ਼ਿੰਦਗੀ ਵਿੱਚ ਕਈ ਕਿਰਦਾਰ ਨਿਭਾਉਂਦੀ ਏ ਧੀ ਬਣ ਕੇ ਜ਼ਿੰਦਗੀ ਵਿੱਚ ਕਈ ਕਿਰਦਾਰ ਨਿਭਾਉਂਦੀ ਏ ਕਦੇ ਭੈਣ ਕਦੇ ਪਤਨੀ ਤੇ ਕਦੇ ਮਾਂ ਅਖਵਾਉਂਦੀ ਏ ਇਹ ਮਾਪੇ ਹੋਣ ਦੁੱਖਾਂ ਵਿੱਚ ਘੇਰੇ ਪੁੱਤਰ ਸੌ ਵਾਰੀ ਮੂੰਹ ਫੇਰੇ ਧੀਆਂ ਫਿਰ ਵੀ ਮਾਪਿਆਂ ਦੇ ਕੋਲ ਬੱਚੀਆਂ ਆਉਂਦੀਆਂ ਪੁੱਤ ਵੰਡਾਉਣ ਜ਼ਮੀਨਾਂ ਦੀਆਂ ਦੁੱਖ ਵੰਡਾਉਂਦੀਆਂ ਨੇ ਪੁੱਤ ਵੰਡਾਉਣ ਜ਼ਮੀਨਾਂ ਦੀਆਂ ਦੁੱਖ ਵੰਡਾਉਂਦੀਆਂ ਨੇ ਲੋਕਾਂ ਨਾਲ ਕਹਿਰ ਗੁਜ਼ਾਰੋ ਬਿਨਤੀਆਂ ਦੇ ਖਾਨਦਾਨ ਕਿਵੇਂ ਅੱਗੇ ਤੋਰਾਂਗੇ ਬਿਨਤੀਆਂ ਦੇ ਖਾਨਦਾਨ ਕਿਵੇਂ ਅੱਗੇ ਤੋਰਾਂਗੇ ਕੌਣ ਜੰਮੇਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜਾਂਗੇ ਇਹਨੂੰ ਗੁਰਪੀਰਾਂ ਵਡਿਆਇਆ ਦੁਨੀਆ ਦੇ ਵਿੱਚ ਮਾਣ ਵਧਾਇਆ ਤਾਂ ਵੀ ਪੈਰ ਦੀ ਜੁੱਤੀ ਜੈਲੀ ਕਿਉਂ ਰਖਵਾਉਂਦੀਆਂ ਪੁੱਤ ਵੰਡਾਉਣ ਜ਼ਮੀਨਾਂ ਦੀਆਂ ਦੁੱਖ ਵੰਡਾਉਂਦੀਆਂ ਨੇ ਪੁੱਤ ਵੰਡਾਉਣ ਜ਼ਮੀਨਾਂ ਦੀਆਂ ਦੁੱਖ ਵੰਡਾਉਂਦੀਆਂ ਨੇ ਲੋਕਾਂ ਨਾਲ ਕਹਿਰ ਗੁਜ਼ਾਰੋ ਇਸ ਲਈ ਸਭ ਨੂੰ ਰਿਕੁਐਸਟ ਆ ਕਿ ਜੇਕਰ ਤੁਸੀਂ ਬਾਬਾ ਸਾਹਿਬ ਨੂੰ ਪੜ੍ਹਦੇ ਹੋ ਤਾਂ ਉਸ ਨੂੰ ਪੜੋ ਉਸ ਨੂੰ ਫੋਲੋ ਕਰੋ ਕਿਉਂਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਆਉਣ ਵਾਲੇ ਲੋਕ ਸੰਵਿਧਾਨ ਨੂੰ ਬਦਲ ਦੇਣਗੇ ਸੰਵਿਧਾਨ ਨੂੰ ਬਦਲਣ ਦਾ ਸ਼ਰੇਆਮ ਨੀਤੀਆਂ ਬਣਾਈਆਂ ਜਾਂਦੀਆਂ ਆ ਜਿਸ ਤਰ੍ਹਾਂ ਕਿ ਪਿੱਛੇ ਜੇ 13 ਪੁਆਇੰਟ ਰੋਸਟਰ ਲਾਗੂ ਕਰਨ ਦੀ ਸ਼ਰੇਆਮ ਗੱਲ ਕੀਤੀ ਗਈ ਸੀ ਤੇ ਸੰਵਿਧਾਨ ਨੂੰ ਬਦਲਣ ਦੀਆਂ SC ST ਐਕਟ ਨੂੰ ਬੰਦ ਕਰਨ ਦੀਆਂ ਸ਼ਰੇਆਮ ਗੱਲਾਂ ਕੀਤੀਆਂ ਜਾਂਦੀਆਂ ਇਹ ਕਿਹਨਾਂ ਦੁਆਰਾ ਗੱਲਾਂ ਕੀਤੀਆਂ ਜਾਂਦੀਆਂ ਇਹ ਉਹਨਾਂ ਮਨੂਵਾਦੀ ਸਰਕਾਰਾਂ ਦੁਆਰਾ ਗੱਲਾਂ ਕੀਤੀਆਂ ਜਾਂਦੀਆਂ ਜੋ ਸਾਨੂੰ ਥੱਲੇ ਦੇਖਣਾ ਚਾਹੁੰਦੇ ਆ ਜਿਸ ਤਰ੍ਹਾਂ ਅਸੀਂ 5000 ਸਾਲ ਪਹਿਲਾਂ ਉਹਨਾਂ ਦੇ ਗੁਲਾਮ ਸੀ ਉਹ ਸਾਨੂੰ ਹੁਣ ਵੀ ਉਸੇ ਤਰ੍ਹਾਂ ਗੁਲਾਮ ਬਣਾਉਣਾ ਚਾਹੁੰਦੇ ਆ
ਇਸ ਲਈ ਸਾਥੀਓ ਸਾਨੂੰ ਲੋੜ ਆ ਕਿ ਅਸੀਂ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਰਹੀਏ। ਸਾਡੇ ਸੰਵਿਧਾਨ ਨੂੰ ਬਦਲਣ ਦੀਆਂ ਸਾਜ਼ਿਸ਼ਾਂ ਤਾਂ ਰਚੀਆਂ ਜਾ ਰਹੀਆਂ ਤੇ ਕਾਫੀ ਹੱਦ ਤੱਕ ਸਾਡਾ ਸੰਵਿਧਾਨ ਵੀ ਬਦਲਿਆ ਜਾ ਚੁੱਕਾ ਆ। ਜਿੱਦਾਂ ਕਿ 13 ਪੁਆਇੰਟ ਰੋਸਟਰ ਵਿੱਚ SC ST ਐਕਟ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦੀਆਂ ਸਰਕਾਰੀ ਨੌਕਰੀਆਂ ਦੇ ਜੋ ਰਾਖਵੀਂ ਉਹਨਾਂ ਦੀਆਂ ਸੀਟਾਂ ਸੀ ਉਹਨਾਂ ਤੋਂ ਵਿਦਿਆਰਥੀਆਂ ਨੂੰ ਵਾਂਝੇ ਰੱਖਿਆ ਜਾਣਾ ਸੀ। ਤੇ ਇਸ ਤੋਂ ਪਹਿਲਾਂ ਸੀ 200 ਪੁਆਇੰਟ ਰੋਸਟਰ। 13 ਪੁਆਇੰਟ ਰੋਸਟਰ ਦਾ ਵਿਰੋਧ ਪੰਜਾਬ ਅਤੇ ਹੋਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਸ ਦਾ ਵਿਰੋਧ ਹੋਇਆ, ਜਿਸ ਕਰਕੇ ਮਨੂਵਾਦੀ ਸਰਕਾਰਾਂ ਦੁਆਰਾ 200 ਪੁਆਇੰਟ ਰੋਸਟਰ 6 ਮੰਥ ਦੇ ਲਈ ਲਾਗੂ ਕੀਤਾ ਗਿਆ ਤੇ ਇਸ ਦਾ ਆਰਡੀਨੈਂਸ ਪਾਸ ਹੋਇਆ ਤੇ ਆਰਡੀਨੈਂਸ ਸਿਰਫ 6 ਮੰਥ ਲਈ ਪਾਸ ਹੋਇਆ ਤੇ ਇਹ ਲਾਗੂ ਨਹੀਂ ਹੋਇਆ, ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਜਦ ਤੱਕ ਇਹ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਦੁਆਰਾ ਲਾਗੂ ਨਹੀਂ ਹੁੰਦਾ। ਉਦੋਂ ਤੱਕ 13 ਪੁਆਇੰਟ ਰੋਸਟਰ ਉਹ ਦੁਆਰਾ ਤੋਂ ਲਾਗੂ ਹੋ ਜਾਣਾ, 200 ਪੁਆਇੰਟ ਰੋਸਟਰ 13 ਪੁਆਇੰਟ ਰੋਸਟਰ ਵਿੱਚ ਬਦਲ ਜਾਣਾ ਹੈ। ਤੇ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਹਜ਼ਾਰਾਂ ਸਾਲਾਂ ਤੱਕ SC ST OBC ਵਰਗ ਦੇ ਲੋਕਾਂ ਨੂੰ ਦਬਾਇਆ ਗਿਆ ਆ ਤੇ ਜਾਨਵਰਾਂ ਤੋਂ ਭੈੜੀ ਜ਼ਿੰਦਗੀ ਬਤੀਤ ਕਰਨ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ ਆ। ਅੱਜ ਦੇ ਬੱਚੇ ਆ ਇਹਨਾਂ ਨੂੰ ਕੁਝ ਨਹੀਂ ਪਤਾ ਕਿ ਸਾਡੇ ਨਾਲ ਅੱਜ ਤੋਂ 5000 ਸਾਲ ਪਹਿਲਾਂ ਕੀ ਹੋਇਆ। ਮੈਂ ਆਪਣੀ ਏਜ ਦੇ ਵੀ ਬੱਚਿਆਂ ਨੂੰ ਦੇਖ ਰਹੀ ਹਾਂ ਕਿ ਉਹਨਾਂ ਨੂੰ ਵੀ ਨਹੀਂ ਪਤਾ। ਜਦੋਂ ਮੈਂ ਆਪਣੀ ਏਜ ਦੇ ਸਟੂਡੈਂਟਸ ਨਾਲ ਜਾਂ ਆਪਣੇ ਫਰੈਂਡਸ ਨਾਲ ਗੱਲ ਕਰਦੀ ਹਾਂ ਤਾਂ ਉਹਨਾਂ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਹੁੰਦਾ ਕਿ ਅੱਜ ਤੋਂ 5000 ਸਾਲ ਪਹਿਲਾਂ ਸਾਡੇ ਨਾਲ ਕੀ ਹੋਇਆ ਆ। ਤੇ ਸਾਥੀਓ ਸਾਡੇ ਸਮਾਜ ਦੇ ਲੋਕਾਂ ਨੂੰ ਪਿੰਡ ਤੋਂ ਲਹਿੰਦੇ ਪਾਸੇ ਵੱਲ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ। ਉਹਨਾਂ ਨੂੰ ਟੁੱਟੇ ਭਾਂਡਿਆਂ ਵਿੱਚ ਖਾਣਾ ਖਾਣ ਲਈ ਮਜਬੂਰ ਕੀਤਾ ਜਾਂਦਾ ਸੀ। ਉਹਨਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਘਰਾਂ ਵਿੱਚੋਂ ਬਾਹਰ ਨਿਕਲਣ ਦੀ ਮਨਾਹੀ ਸੀ। ਇਹ ਮਹਾਨ ਯੋਧਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕੀਤਾ। ਸੰਵਿਧਾਨ ਸਾਡੇ ਲਈ ਇੱਕ ਬੁੱਕ ਨਹੀਂ ਆ, ਸਾਡੇ ਲਈ ਉਹ ਇੱਕ ਪਵਿੱਤਰ ਗ੍ਰੰਥ ਆ ਜਿਸ ਨੇ ਕਿ ਸਾਨੂੰ ਆਜ਼ਾਦੀ ਨਾਲ ਜੀਣ ਲਈ ਸਿਖਾਇਆ। ਤੇ ਕਹਿੰਦੇ ਆ ਕਿ ਅਸੀਂ ਕੀ ਸੀ ਤੀਲੇ ਤਿਣਕੇ ਸੀ, ਜਿਹਦਾ ਹੜ ਆਇਆ ਹੜਦੇ ਰਹੇ, ਮਨੂੰ ਵਾਦ ਦੇ ਡੰਗੇ ਹੋਏ, ਖੁੱਦਾਂ ਖੋੜਾ ਖੁੱਡਾਂ ਵਿੱਚ ਵੜਦੇ ਰਹੇ। ਸਾਡਾ ਮੌਸਮ ਰੁੱਸਿਆ ਸੀ ਤੇ ਕੰਨਾਂ ਵਿੱਚ ਸਿੱਕੇ ਢਲਦੇ ਰਹੇ। ਬਾਬਾ ਸਾਹਿਬ ਦੇ ਵਾਜੋ ਹਨੇਰਾ ਸੀ, ਭਾਵੇਂ ਲੱਖਾਂ ਸੂਰਜ ਚੜ੍ਹਦੇ ਰਹੇ, ਭਾਵੇਂ ਲੱਖਾਂ ਸੂਰਜ ਚੜ੍ਹਦੇ ਰਹੇ। ਜੈ ਭੀਮ ਜੈ ਭਾਰਤ। ਬਹੁਤ ਬਹੁਤ ਧੰਨਵਾਦ ਜੱਗਾ ਪਹਿਲਵਾਨ ਜੀ ਦਾ। ਤੇ ਹੁਣ ਮੇਲੇ ਆਣੇ ਤੋਂ ਭਾਈ ਸਾਹਿਬ ਆਏ ਆ, ਬੱਚੇ ਜੇ ਹੈਗੇ ਆ ਤਾਂ ਆਪਣਾ ਨਾਮ ਲੈ ਜਾਣ। ਮਮਤਾ ਡਾਟੋ ਫੋਰ ਰਣਵੀਰ ਸਿੰਘ ਆ ਗਏ। ਅੱਛਾ ਆ ਲਓ ਜੱਗੇ ਪੜੋ। ਪਹਿਲਵਾਨ ਜੀ ਰੁਕੋ ਇੱਕ ਮਿੰਟ। ਇਹਨਾਂ ਤੋਂ ਬਾਅਦ ਸਿਮਰਨਜੀਤ ਕੌਰ ਡਾਟੋ ਰਾਜ ਕੁਮਾਰ ਆ ਦਿਓ ਬੇਟੀ ਨੂੰ ਪ੍ਰਾਈਜ਼ ਭਾਜੀ ਦਿਓ। ਬਹੁਤ ਬਹੁਤ ਧੰਨਵਾਦ ਸਿਮਰਨਜੀਤ। ਤੇ ਹੁਣ ਨਸ਼ਿਆਂ ਵਿਰੁੱਧ ਬੀਬਾ ਕੁਲਵੰਤ ਜੀ ਆਜ਼ਾਦ ਕਲਾ ਮੰਚ ਤੋਂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਕਿਉਂਕਿ ਇਹੋ ਜਿਹਾ ਫੰਕਸ਼ਨ ਕਰਨ ਦਾ ਅਗਰ ਅਸੀਂ ਉਪਰਾਲਾ ਕਰਦੇ ਹਾਂ ਤਾਂ ਸਾਡੇ ਸਾਹਮਣੇ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਜਿਹਦੀ ਪੂਰਤੀ ਦੇ ਲਈ ਇਹੋ ਜਿਹਾ ਇਕੱਠ, ਇਹੋ ਜਿਹਾ ਪ੍ਰੋਗਰਾਮ ਕੀਤੇ ਜਾਂਦੇ ਆ। ਕਿਉਂਕਿ ਪ੍ਰੋਗਰਾਮ ਸਾਡੇ ਭਾਰਤ ਰਤਨ ਡਾਕਟਰ BR ਅੰਬੇਦਕਰ ਜਿਹੜੇ ਕਿਸੇ ਵੀ ਜਾਣਕਾਰੀ ਦੇ ਮੁਹਤਾਜ ਨਹੀਂ ਹੈਗੇ ਔਰ ਅੱਜ ਸਾਡੇ ਆਪਣੇ ਮੁਲਕ ਦੇ ਵਿੱਚ ਹੀ ਨਹੀਂ, ਦੁਨੀਆ ਦੇ 192 ਮੁਲਕਾਂ ਦੇ ਵਿੱਚ ਉਹਨਾਂ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਬਹੁਤ ਸਾਰੇ ਫੰਕਸ਼ਨ ਹੋ ਰਹੇ ਆ। ਮੈਂ ਰਾਤੀ ਇੱਕ ਪ੍ਰੋਗਰਾਮ ਦਿੱਲੀ ਕਰਕੇ ਆਇਆ ਔਰ ਜਿਹਦੇ ਵਿੱਚ ਕਿਉਂਕਿ ਲੋਕੀ ਉਹਨਾਂ ਦੇ ਜਨਮ ਬਾਰੇ ਜ਼ਿਆਦਾ ਜਾਣਨ ਦੇ ਇਛੁਕ ਨਹੀਂ ਹੈਗੇ ਕਿਉਂਕਿ ਉਹ ਸਟੇਜ ਨਿਕਲ ਚੁੱਕੀ ਹੈ। ਉਹਨਾਂ ਨੇ ਕਿੰਨੀਆਂ ਡਿਗਰੀਆਂ ਕੀਤੀਆਂ, ਕਿੰਨੀ ਪੜ੍ਹਾਈ ਕੀਤੀ, ਉਹ ਸਟੇਜ ਆਲਰੇਡੀ ਜਾ ਚੁੱਕੀ ਹੈ।
ਹੁਣ ਅਸਲ ਸਟੇਜ ਇਹ ਹੈ ਕਿ ਉਹਨਾਂ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਜਾਣਿਆ ਜਾਵੇ ਕਿ ਕੀ ਕੰਮ ਕੀਤੇ ਉਹਨਾਂ ਨੇ। ਹਜੇ ਤੱਕ ਅਸੀਂ ਉਹਦਾ ਓਵਰਵਿਊ ਦਿੰਦੇ ਰਹੇ ਹਾਂ। ਔਰ ਰਾਤੀ ਘੱਟੋ ਘੱਟ 2000 ਦੀ ਗਿਣਤੀ ਸੀਗੀ, ਜਿਹਦੇ ਵਿੱਚ ਮੈਨੂੰ ਉਹਨਾਂ ਨੇ ਇੱਕ ਟੌਪਿਕ ਦਿੱਤਾ। ਉਹ ਟੌਪਿਕ ਮੈਂ ਤੁਹਾਡੇ ਨਾਲ ਵੀ ਸਾਂਝਾ ਕਰਨਾ ਚਾਹਾਂਗਾ, ਕਿਉਂਕਿ ਮੈਂ 8 ਸਾਲ ਤੱਕ ਇੰਟਰਵਿਊ ਬੋਰਡ ਦਾ ਮੈਂਬਰ ਸੀਗਾ। ਔਰ ਜਦੋਂ ਵੀ ਅਸੀਂ ਬੱਚੇ ਇੰਟਰਵਿਊ ਲਈ ਆਉਂਦੇ ਸੀਗੇ, ਕਿਉਂਕਿ ਇੱਕ ਰਿਜ਼ਰਵੇਸ਼ਨ ਪਾਲਿਸੀ ਆਫ ਇੰਡੀਆ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਹੈ ਕਿ ਜਦੋਂ ਵੀ ਸੈਂਟਰ ਗਵਰਨਮੈਂਟ ਨੇ ਜਾਂ ਸਟੇਟ ਗਵਰਨਮੈਂਟ ਨੇ ਕੋਈ ਵੀ ਭਰਤੀ ਕਰਨੀ ਹੈ, ਔਰ ਉਸ ਭਰਤੀ ਹੋਣ ਵਾਲੇ ਬੰਦੇ ਜਿਹੜੇ ਆ ਉਹਨਾਂ ਦੀ ਗਿਣਤੀ 50 ਔਰ ਉਸ ਤੋਂ ਉੱਪਰ ਹੈ। ਅਗਰ 49 ਬੰਦੇ ਕਿਤੇ ਭਰਤੀ ਕਰਨੇ ਆ ਤੇ ਉਹਦਾ ਇੰਟਰਵਿਊ ਬੋਰਡ ਜਿਹੜਾ ਹੈਗਾ ਉਹ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ। ਪਰ ਜਦੋਂ ਭਰਤੀ ਕਰਨ ਵਾਲਿਆਂ ਦੀ ਗਿਣਤੀ 50 ਹੋ ਜਾਂਦੀ ਹੈ, ਔਰ ਇੱਕ ਮੈਂ ਬੜੀ ਵਧੀਆ ਜਾਣਕਾਰੀ ਹੈਗੀ ਆ ਸਾਡੇ ਯੰਗ ਜਨਰੇਸ਼ਨ ਨੂੰ, ਉਹਦੀ ਇੰਟਰਵਿਊ ਬੋਰਡ ਜਿਹੜਾ ਆ ਉਹਦੇ ਵਿੱਚ ਇੱਕ SC ਜਾਂ ST ਕੈਂਡੀਡੇਟ ਨੂੰ ਇੱਕ ਮੈਂਬਰ ਰੱਖਿਆ ਜਾਂਦਾ। ਔਰ ਮੈਂ ਉਸੇ ਵਜ੍ਹਾ ਦੇ ਨਾਲ 8 ਸਾਲ ਤੱਕ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਇੰਟਰਵਿਊ ਬੋਰਡ ਦਾ ਮੈਂਬਰ ਰਿਹਾ। ਔਰ ਜਦੋਂ ਅਸੀਂ ਬੱਚਿਆਂ ਨੂੰ ਰਾਦਰ ਪੁੱਛਦੇ ਹਾਂ, ਮੈਨੂੰ ਬੜੀ ਹੈਰਾਨੀ ਹੁੰਦੀ ਹੈ। ਮੈਂ ਇੱਕ ਵਾਰ ਲਖਨਊ ਇੱਕ ਇੰਟਰਵਿਊ ਲੈ ਰਹੇ ਸੀਗੇ, ਔਰ ਜਿਹਦੇ ਵਿੱਚ ਬਹੁਤ ਹੀ ਕੁਆਲੀਫਾਈਡ ਬੱਚੇ ਆਏ। ਪਰ ਜਦੋਂ ਅਸੀਂ ਉਹਨਾਂ ਨੂੰ ਜਿਹੜੇ SC ਕੈਂਡੀਡੇਟ ਸੀਗੇ, ਖਾਸ ਕਰਕੇ ਕਿਉਂਕਿ ਮੇਰੀ ਜਿਹੜੀ ਇੱਛਾ ਸੀਗੀ ਉਹ ਇਹੀ ਸੀ ਕਿ ਜਿਹੜੇ ਘੱਟੋ ਘੱਟ SC ਕੈਂਡੀਡੇਟ ਹੈਗੇ ਆ, ਮੈਂ ਉਹਨਾਂ ਨੂੰ ਠੀਕ ਢੰਗ ਨਾਲ ਹੈਂਡਲ ਕਰਾਂ। ਜਦੋਂ ਮੈਂ ਉਹਨਾਂ ਨੂੰ ਕਿਸੇ ਰਿਜ਼ਰਵੇਸ਼ਨ ਪਾਲਿਸੀ ਦੇ ਬਾਰੇ ਕੋਈ ਪੁੱਛਿਆ ਤੇ ਮੇਰਾ ਖਿਆਲ 42 ਬੰਦਿਆਂ ਨੂੰ ਮੈਂ ਪੁੱਛਿਆ ਗਿਣ ਕੇ, ਔਰ ਜਿਹਦੇ ਵਿੱਚੋਂ ਇੱਕ ਬੰਦੇ ਨੇ ਜਵਾਬ ਦੇ ਪਾਇਆ। ਔਰ ਬਿਲਕੁਲ ਛੋਟੇ ਛੋਟੇ ਕੁਐਸਚਨ ਜਿਹੜੇ ਮੈਂ ਤੁਹਾਡੇ ਨਾਲ ਹੁਣ ਸਾਂਝੇ ਕਰਨ ਜਾ ਰਿਹਾ। ਔਰ ਸਾਡੀ ਯੰਗ ਜਨਰੇਸ਼ਨ ਦੇ ਲਈ ਜਦੋਂ ਇੰਟਰਵਿਊ ਤੇ ਜਾਣਗੇ, ਜਿੱਥੇ 50 ਜਾਂ ਉਸ ਤੋਂ ਉੱਪਰ ਦੀ ਗਿਣਤੀ ਜਿਹੜੀ ਹੈਗੀ ਆ ਉਹ ਭਰਤੀ ਹੋਣੇ ਆ, ਔਰ ਉਹਨਾਂ ਦੇ ਲਈ SC ਕੈਂਡੀਡੇਟ ਉਸ ਇੰਟਰਵਿਊ ਬੋਰਡ ਦਾ ਇੱਕ ਮੈਂਬਰ ਹੁੰਦਾ। ਔਰ ਉਹ ਇੰਟਰਵਿਊ ਬੋਰਡ ਦਾ ਮੈਂਬਰ ਜਿਹੜਾ ਆ ਉਹ ਇੱਕ ਛੋਟੇ ਛੋਟੇ ਸਵਾਲ, ਈਵਨ IAS ਦੇ ਵਿੱਚ ਹੀ ਬਹੁਤ ਸਾਰੇ ਆਉਂਦੇ ਨੇ। ਪੂਨਾ ਪੈਕਟ, ਡਾਕਟਰ ਅੰਬੇਦਕਰ, ਕਮਿਊਨਲ ਅਵਾਰਡ, ਡਿਫਰੈਂਸ ਦੋਨਾਂ ਦਾ। ਕਮਿਊਨਲ ਅਵਾਰਡ, ਪੂਨਾ ਪੈਕਟ ਕੀ ਹੈਗਾ, ਮੈਂ ਸਿਰਫ ਤੁਹਾਡੇ ਨਾਲ ਇੱਕ ਹੀ ਸਾਂਝਾ ਕਰਨਾ, ਕਿਉਂਕਿ 5-7 ਮਿੰਟ ਲੱਗਣੇ ਆ। 5-7 ਮਿੰਟ ਦੇ ਵਿੱਚ ਮੈਂ ਜੋ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਸਕਿਆ ਤੇ ਮੈਂ ਕਰਨਾ ਚਾਹਾਂਗਾ। ਮੈਂ ਸਿਰਫ ਰਿਜ਼ਰਵੇਸ਼ਨ ਪਾਲਿਸੀ ਆਫ ਇੰਡੀਆ ਦੀ ਕਰਾਂਗਾ। ਜਦੋਂ ਅਸੀਂ ਰਿਜ਼ਰਵੇਸ਼ਨ ਪਾਲਿਸੀ ਆਫ ਇੰਡੀਆ ਦੀ ਗੱਲ ਕਰਦੇ ਹਾਂ, ਇੱਕ ਸਭ ਤੋਂ ਵੱਡਾ ਸਵਾਲ ਹੁੰਦਾ ਕਿ ਰਿਜ਼ਰਵੇਸ਼ਨ ਸਾਨੂੰ ਮਿਲੀ ਕਿਉਂ, ਕਿਹੜੇ ਬੰਦੇ ਸੀ ਹੂ ਆਰ ਐਲੀਜੀਬਲ ਫਾਰ ਰਿਜ਼ਰਵੇਸ਼ਨ। ਕਿਸੇ ਨੂੰ ਪਤਾ ਕੋਈ ਨਹੀਂ ਦੱਸ ਸਕਦਾ, ਕਿਉਂਕਿ ਰਿਜ਼ਰਵੇਸ਼ਨ ਕਿਉਂ ਮਿਲੀ, ਰੀਜ਼ਨ ਕੀ ਸੀਗਾ। ਸਾਰੇ ਦੇ ਪਿੱਛੇ ਇੱਕ ਰੀਜ਼ਨ ਹੈ, ਅਨਟੱਚੇਬਿਲਿਟੀ। ਅਗਰ ਅਸੀਂ ਸ਼ੈਡਿਊਲਡ ਕਾਸਟ ਦੀ ਗੱਲ ਕਰਦੇ ਹਾਂ, ਸਾਡਾ ਇੰਟਰਵਿਊ ਦੇ ਵਿੱਚ ਬਹੁਤ ਵੱਡਾ ਸਵਾਲ ਇਹੀ ਹੁੰਦਾ ਕਿ ਅਗਰ ਤੁਸੀਂ SC ਨੂੰ ਬਿਲੋਂਗ ਕਰਦੇ ਹੋ ਤੇ ਤੁਹਾਨੂੰ ਰਿਜ਼ਰਵੇਸ਼ਨ ਕਿਉਂ ਮਿਲੀ, ਕੀ ਪ੍ਰੋਬਲਮ ਸੀਗੀ ਜਿਹਦਾ ਹੱਲ ਰਿਜ਼ਰਵੇਸ਼ਨ ਨਿਕਲਿਆ। ਡਾਕਟਰ ਸਾਹਿਬ ਅੰਬੇਦਕਰ ਨੇ ਉਹਨੂੰ ਆਰਟੀਕਲ 341 ਦੇ ਵਿੱਚ ਪਰਿਭਾਸ਼ਿਤ ਕੀਤਾ, ਔਰ 340 ਦੇ ਵਿੱਚ ਸਾਡੀ OBC ਦੀ ਰਿਜ਼ਰਵੇਸ਼ਨ ਆਈ, ਔਰ 342 ਐਕਟ ਜਿਹੜਾ ਹੈਗਾ ਆਰਟੀਕਲ, ਉਹ ਸ਼ੈਡਿਊਲ ਟ੍ਰਾਈਬ ਨੂੰ ਡਿਸਕਸ ਕਰਦਾ। ਔਰ ਜਦੋਂ ਅਸੀਂ ਗੱਲ ਕਰੀਏ SC ਦੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਇਨਫੋਰਮੇਸ਼ਨ ਤੁਹਾਡੀ ਨੌਲੇਜ ਸੇਕ ਦੇਣ ਲੱਗਾ ਕਿ ਪੰਜਾਬ ਦੇ ਵਿੱਚ ਐਜ਼ ਔਨ ਡੇਟ ਕੋਈ ਵੀ ST ਨਹੀਂ ਹੈ, ਸ਼ੈਡਿਊਲ ਟ੍ਰਾਈਬ ਕੋਈ ਵੀ ਨਹੀਂ ਹੈ, ਪਾਰਟਿਕੂਲਰਲੀ ਪੰਜਾਬ 'ਚ। ਕਿਉਂਕਿ ਪੰਜਾਬ 'ਚ ਜਿਹੜਾ ਹੈ ਟ੍ਰਾਈਬ ਜਾਤਾਂ ਜਿਹੜੀਆਂ ਨੇ ਉਹ ਇੱਥੇ ਹੈ ਨਹੀਂ, ਔਰ ਹੁੰਦੀਆਂ ਸੀਗੀਆਂ। ਔਰ ਜੇ ਮੈਂ ਤੁਹਾਨੂੰ ਯਾਦ ਦਿਲਾਵਾਂ, ਮੇਰੇ ਸਾਥੀ ਬੈਠੇ ਨੇ ਬਹੁਤ ਪੁਰਾਣੇ, ਕਦੇ ਗਧੀਲੇ ਦੇਖੇ ਹੋਣੇ ਆ। ਇਸੇ ਧਰਤੀ ਦੇ ਉੱਤੇ ਗਧੀਲੇ, ਗਾਡੀ ਗਾੜੇ, ਇਹ ਸਾਰੀਆਂ ਟ੍ਰਾਈਬ ਸੀਗੀਆਂ ਜਿਨ੍ਹਾਂ ਨੂੰ ਇੱਥੇ ਕੁਝ ਨਹੀਂ ਮਿਲਿਆ, ਹਾਰ ਕੇ ਪੰਜਾਬ ਛੱਡ ਕੇ ਚਲੇ ਗਏ। ਔਰ ਇੱਥੇ ਕੌਣ ਰਹਿ ਗਏ? ਅਸੀਂ ਅੱਜ ਵੀ ਪੰਜਾਬ ਦੇ ਵਿੱਚ 34% ਜਿਹੜਾ ਟੋਟਲ ਆਬਾਦੀ ਦਾ 34% ਅਸੀਂ ਬੈਠੇ ਹਾਂ SC। ਔਰ ਦੂਸਰੀ ਗੱਲ ਕਿ SC ਨੂੰ ਰਿਜ਼ਰਵੇਸ਼ਨ ਕਿੰਨੇ % ਹੈ। ਮੈਂ ਤੇ ਕਈ ਵਾਰੀ ਕਈ ਪੜ੍ਹੇ ਲਿਖੇ ਬੰਦਿਆਂ ਨੂੰ ਪੁੱਛਦਾ,
ਤੇ ਉਹ ਕੋਈ ਜਵਾਬ ਨਹੀਂ ਦੇ ਪਾਉਂਦੇ। ਸਾਡੀ ਰਿਜ਼ਰਵੇਸ਼ਨ 15% ਹੈ ਐਜ਼ ਏ ਹੋਲ। ਐਜ਼ ਏ ਹੋਲ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਬਹੁਤ ਸਾਰੇ ਸਟੇਟਾਂ ਦੇ ਵਿੱਚ ਫਰਕ ਹੈ, ਉਹ ਮੈਂ ਬਾਅਦ ਚ ਦੱਸਾਂਗਾ ਕਿਉਂ ਫਰਕ ਹੈਗਾ। ਜੇ ਐਜ਼ ਏ ਹੋਲ ਗਈਏ ਅਸੀਂ ਤੇ 15% ਸ਼ੈਡਿਊਲਡ ਕਾਸਟ ਦੀ ਰਿਜ਼ਰਵੇਸ਼ਨ ਹੈ ਔਰ 7.5% ਰਿਜ਼ਰਵੇਸ਼ਨ ਜਿਹੜੀ ਹੈ ਉਹ ਜਾਂਦੀ ਹੈ ਸ਼ੈਡਿਊਲਡ ਟਰਾਈਬ ਨੂੰ। 15 ਔਰ 7.5 22% ਸ਼ੈਡਿਊਲਡ ਕਾਸਟ ਸ਼ੈਡਿਊਲਡ ਟਰਾਈਬ ਨੂੰ ਚਲੀ ਜਾਂਦੀ ਹੈ। ਔਰ ਇੰਦਰਾ ਸਾਹਨੀ ਕੇਸ ਇੱਕ ਸੁਪਰੀਮ ਕੋਰਟ ਦਾ ਕੇਸ ਹੈ ਜਿਹੜਾ ਬਹੁਤ ਕਲੀਅਰ ਦੱਸਦਾ ਕਿ ਰਿਜ਼ਰਵੇਸ਼ਨ ਟੋਟਲ ਰਿਜ਼ਰਵੇਸ਼ਨ ਐਜ਼ ਏ ਹੋਲ 50% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਔਰ ਉਹ ਫੈਸਲਾ ਜਿਹੜਾ 1993 ਦਾ ਸੁਪਰੀਮ ਕੋਰਟ ਦਾ ਹੈਗਾ। ਔਰ ਇੰਦਰਾ ਸਾਹਨੀ ਜਿਹੜਾ ਆ ਹੀ ਇਜ਼ ਏ ਗੁੱਡ ਐਡਵੋਕੇਟ, ਅੱਜ ਵੀ ਜਿੰਦਾ ਹੈ। ਔਰ ਉਹਨੇ ਟੋਟਲ ਰਿਜ਼ਰਵੇਸ਼ਨ 50% ਤੱਕ ਸੀਮਤ ਕਰਤੀ ਔਰ ਇਸੇ ਕਰਕੇ ਸਾਡੇ OBC ਭਰਾ ਸਿਰਫ 27% ਰਿਜ਼ਰਵੇਸ਼ਨ ਹੀ ਲੈ ਸਕੇ ਕਿਉਂਕਿ 22.5% ਸ਼ੈਡਿਊਲਡ ਕਾਸਟ ਸ਼ੈਡਿਊਲਡ ਟਰਾਈਬ ਕੋਲ ਸੀਗੀ ਤੇ 27% ਹੀ ਉਹਨਾਂ ਕੋਲ ਬਚੀ ਤੇ ਉਹ 27% ਨਾਲ ਗੁਜ਼ਾਰਾ ਕਰ ਰਹੇ ਆ। ਬੜੀ ਮੈਨੂੰ ਹੈਰਾਨੀ ਹੁੰਦੀ ਹੈ ਕਿ ਸਾਡੇ OBC ਸਾਥੀ ਕੋਈ ਬੋਲ ਨਹੀਂ ਰਿਹਾ। ਜਦੋਂ ਅਸੀਂ ਆਪਣੇ ਸ਼ੈਡਿਊਲਡ ਕਾਸਟ ਦੀ ਗੱਲ ਕਰੀਏ ਤਾਂ ਅੱਜ ਵੀ ਉਹਨਾਂ ਦੀ ਆਬਾਦੀ 16.83% ਹੈ। ਅੱਜ ਵੀ ਟੋਟਲ ਇੰਡੀਆ ਦੇ ਵਿੱਚ ਸ਼ੈਡਿਊਲਡ ਕਾਸਟ ਦੀ ਗਿਣਤੀ 16.83% ਹੈ ਔਰ ਵੀ ਆਰ ਇੰਜੋਇੰਗ 15% ਆਫ ਰਿਜ਼ਰਵੇਸ਼ਨ। 15% ਅਸੀਂ ਰਿਜ਼ਰਵੇਸ਼ਨ ਲੈ ਰਹੇ ਹਾਂ ਔਰ ਇਕੁਇਵਲੈਂਟ ਹੈਗਾ ਸਾਡਾ। ਅਸੀਂ ਆਪਣੀ ਆਬਾਦੀ ਦੇ ਮੁਤਾਬਕ ਆਪਣੀ ਰਿਜ਼ਰਵੇਸ਼ਨ ਲੈ ਰਹੇ ਹਾਂ। ਦੂਸਰੇ ਪਾਸੇ ਜੇ ਸ਼ੈਡਿਊਲਡ ਟਰਾਈਬ ਦੀ ਗੱਲ ਕਰਾਂ ਮੈਂ ਤੇ ਸ਼ੈਡਿਊਲਡ ਟਰਾਈਬ ਦੀ ਗਿਣਤੀ ਜਿਹੜੀ ਆ 8.14% ਹੈ ਐਜ਼ ਔਨ ਡੇਟ ਪੂਰੇ ਇੰਡੀਆ ਦੇ ਵਿੱਚ। 8.14% ਜਿਹੜੇ ਹੈਗੇ ਆ ਉਹ 7.5% ਰਿਜ਼ਰਵੇਸ਼ਨ ਲਈ ਬੈਠੇ ਆ। ਦੈਟ ਇਜ਼ ਆਲਸੋ ਗੁੱਡ। ਔਰ ਤੰਗੀ ਕਿੱਥੇ ਹੁੰਦੀ ਹੈ ਜਦੋਂ ਅਸੀਂ OBC ਦੀ ਗੱਲ ਕਰਦੇ ਹਾਂ। OBC ਦੀ ਗੱਲ ਕਰਦੇ ਆ ਤੇ ਉਹ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹਨਾਂ ਨੂੰ 27% ਹੈ ਜਦ ਕਿ ਉਹਨਾਂ ਦੀ ਗਿਣਤੀ 1931 ਦੀ ਜਨਗਣਨਾ ਮੁਤਾਬਕ 52% ਸੀ। OBC ਦੇ ਬੰਦੇ 52% ਸੀਗੇ ਔਰ ਜਿਨ੍ਹਾਂ ਨੂੰ ਇੰਦਰਾ ਸਾਹਨੀ ਕੇਸ ਸੁਪਰੀਮ ਕੋਰਟ ਦੇ ਵਿੱਚ ਹਾਇਰ ਕੈਪ ਜਿਹੜਾ ਆ ਉਹ 50% ਦਾ ਮਿਲ ਗਿਆ। ਇਸ ਕਰਕੇ ਉਹਨਾਂ ਨੂੰ 27% ਤੱਕ ਸੀਮਤ ਹੋ ਗਏ ਜਦ ਕਿ ਉਹਨਾਂ ਦੀ ਗਿਣਤੀ ਉਸ ਵੇਲੇ 52% ਸੀਗੀ 1931 ਦੇ ਵਿੱਚ। ਔਰ ਇੱਕ ਹੋਰ ਮੈਂ ਤੁਹਾਡੇ ਨਾਲ ਬੜੀ ਵਧੀਆ ਚੀਜ਼ ਸਾਂਝੀ ਕਰਨੀ ਜਾ ਰਿਹਾ। 1931 ਤੋਂ ਬਾਅਦ ਇਸ ਮੁਲਕ ਦੀ ਕਿਸੇ ਸਰਕਾਰ ਨੂੰ ਕਿਸੇ ਮਹਿਕਮੇ ਨੂੰ ਕੋਈ ਵੀ ਗਿਣਤੀ ਨਹੀਂ ਹੈਗੀ ਕਿਉਂਕਿ ਉਸ ਤੋਂ ਬਾਅਦ ਜਿੰਨੀਆਂ ਵੀ ਸੈਂਸਸ ਹੋਈਆਂ ਉਹਦੇ ਵਿੱਚ OBC ਦੀ ਗਿਣਤੀ ਨਹੀਂ ਹੋਈ। 1931 ਤੋਂ ਬਾਅਦ ਹੁਣ ਮੁੜ ਕੇ 31 ਆਉਣ ਵਾਲਾ, ਇੱਕ ਸਦੀ ਹੋਣ ਵਾਲੀ ਆ। ਇੱਕ ਸਦੀ ਹੋਣ ਵਾਲੀ ਆ। ਮੁਲਕ ਨੂੰ ਪਤਾ ਨਹੀਂ ਸਾਡੇ ਕੋਲ OBC ਕਿੰਨੇ ਹੈਗੇ ਤੇ ਉਹਦੇ ਲਈ ਜਿਹੜਾ ਹੈਗਾ ਰਿਜ਼ਰਵੇਸ਼ਨ ਜਾਂ ਉਹਦੇ ਵੈਲਫੇਅਰ ਦੇ ਲਈ ਕੌਣ ਸੋਚੂਗਾ। 1931 ਤੋਂ ਬਾਅਦ ਅੱਜ ਤੱਕ ਇੰਡੀਆ ਦੇ ਵਿੱਚ ਕਦੇ ਵੀ ਸੈਂਸਸ ਦੇ ਵਿੱਚ OBC ਦੀ ਗਿਣਤੀ ਨਹੀਂ ਹੋਈ। ਪਿੰਡਾਂ ਦੇ ਵਿੱਚ ਬੌਲਦ ਕਿੰਨੇ ਆ, ਕਿਸੇ ਕੋਲ ਗਾਵਾਂ ਕਿੰਨੀਆਂ ਨੇ, ਮੱਝਾਂ ਕਿੰਨੀਆਂ ਨੇ, ਘੋੜੇ ਖੋਤੇ ਕਿੰਨੇ ਆ, ਉਹਨਾਂ ਦੀ ਗਿਣਤੀ ਹੈਗੀ ਆ। ਪੰਜਾਬ ਦੇ ਵਿੱਚ ਘੋੜਿਆਂ ਦੀ ਗਿਣਤੀ ਜਿਹੜੀ ਆ ਉਹ ਦੱਸ ਦੇਣਗੇ ਔਰ ਲੇਟੈਸਟ ਦੱਸ ਦੇਣਗੇ 2011 ਦੇ ਵਿੱਚ ਘੋੜਿਆਂ ਦੀ ਗਿਣਤੀ ਹੈਗੀ ਆ ਪਰ OBC ਦੀ ਗਿਣਤੀ ਕਿੰਨੇ ਸਾਲ ਹੋ ਗਏ ਉਹ ਨਹੀਂ ਹੈਗੀ, 80 ਸਾਲ ਤੋਂ। ਔਰ ਮੈਨੂੰ ਲੱਗਦਾ ਹੈ ਕਿ ਜੇ ਅੱਜ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਜਿਹੜਾ ਉਹਨਾਂ ਦੀ ਦੇਣ ਹੈ, ਜੇ ਮੈਂ ਉਹਨਾਂ ਦੀ ਗੱਲ ਕਰਾਂ ਤੇ ਉਹ ਇੱਕ ਐਸੀ ਪਰਸਨੈਲਿਟੀ ਹੈ ਜਿਹਨੇ ਡਾਕਟਰ ਅੰਬੇਦਕਰ ਦੀ ਖਤਮ ਹੋਈ ਹੋਈ ਪਰਸਨੈਲਿਟੀ ਨੂੰ ਫਿਰ ਉਜਾਗਰ ਕੀਤਾ। ਅਗਰ ਅੱਜ ਅਸੀਂ ਜਾਣਦੇ ਹਾਂ ਇਸ ਰਹਿਬਰ ਨੂੰ, ਇਹ ਮਾਨਵਰ ਕਾਂਸ਼ੀ ਰਾਮ ਦੀ ਵਜ੍ਹਾ ਨਾਲ ਹੈ, ਅਦਰਵਾਈਜ਼ ਇਹ ਕਿਤੇ ਭੁੱਲ ਚੁੱਕਿਆ ਹੁੰਦਾ। ਔਰ ਇਹਨਾਂ ਦੇ ਕਾਂਸ਼ੀ ਰਾਮ ਤੋਂ ਪਹਿਲਾਂ ਇੱਕ ਬੜੇ ਵਧੀਆ ਪੱਤਰਕਾਰ ਦੀ ਗੱਲ ਹੋਈ। ਉਹ ਕਹਿੰਦਾ ਕਿ ਲਖਨਊ ਦੇ ਵਿੱਚ, ਲਖਨਊ UP ਦੀ ਰਾਜਧਾਨੀ ਹੈ ਔਰ ਉਹਦੇ ਵਿੱਚ ਬਹੁਤ ਸਾਰੇ SC ਹੈਗੇ ਆ, ਗਿਣਤੀ ਸਭ ਤੋਂ ਜ਼ਿਆਦਾ ਉਹਨਾਂ ਦੀ। ਔਰ ਉੱਥੇ ਕਿਤਾਬਾਂ ਵਾਲੀਆਂ ਜਿੰਨੀਆਂ ਦੁਕਾਨਾਂ, ਉਹ ਕਹਿੰਦਾ ਕਿ ਬਦਕਿਸਮਤੀ ਨਾਲ
ਇੱਕ ਵੀ ਦੁਕਾਨ ਤੋਂ ਇੱਕ ਵੀ ਕਿਤਾਬ ਨਹੀਂ ਮਿਲੀ ਅੰਬੇਦਕਰ ਦੇ ਬਾਰੇ 'ਚ। ਔਰ ਇਹ ਹੁਣ ਕਿਉਂ ਮਿਲਣ ਲੱਗੀਆਂ? ਅਗਰ ਉਹ 30-35 ਸਾਲ ਪਹਿਲਾਂ ਦੀ ਗੱਲ ਕਰਦਾ ਤੇ ਉਦੋਂ ਕੋਈ ਕਿਤਾਬ ਨਹੀਂ ਸੀ ਲਖਨਊ ਦੇ ਵਿੱਚ। ਈਵਨ ਇਲਾਹਾਬਾਦ ਹਾਈ ਕੋਰਟ ਦੇ ਬਾਹਰਲੇ ਪਾਸੇ ਕਿੰਨੀਆਂ ਦੁਕਾਨਾਂ ਹੈਗੀਆਂ, ਉੱਥੇ ਕੋਈ ਵੀ ਕਿਤਾਬ ਨਹੀਂ ਸੀ ਮਿਲਦੀ। ਔਨ ਲੁੱਕਰ ਇੱਕ ਮੈਗਜ਼ੀਨ ਹੈਗਾ, ਸਾਰੇ ਬੱਚਿਆਂ ਨੇ ਜਾਣਿਆ ਹੋਇਆ, ਨੈਸ਼ਨਲ ਮੈਗਜ਼ੀਨ ਹੈ। ਇਹ ਉਹਦੀ ਉਪਲਬਧੀ ਹੈ, ਉਹਦਾ ਸਰਵੇ ਹੈ। ਉਹ ਦੱਸਦਾ ਕਿ ਡਾਕਟਰ ਅੰਬੇਦਕਰ ਦੀ ਜਿਹੜੀ ਪ੍ਰਸਿੱਧੀ ਹੈ ਉਹ ਮਾਨਯਵਰ ਕਾਂਸ਼ੀਰਾਮ ਤੋਂ ਹੈ। ਅਦਰਵਾਈਜ਼ ਮੌਕੇ ਦੀਆਂ ਸਰਕਾਰਾਂ ਨੇ ਔਰ ਅਸੀਂ ਲੋਕਾਂ ਨੇ ਉਹਦੀ ਜਿਹੜੀ ਅਹਿਮੀਅਤ ਸੀਗੀ ਉਹਨੂੰ ਬਹੁਤ ਘਟਾ ਦਿੱਤਾ ਸੀਗਾ। ਅਸੀਂ ਕਿਸੇ ਪਾਸੇ ਵੀ ਪਹੁੰਚਣ ਵਾਲੇ ਨਹੀਂ ਸੀ। ਐਨੀ ਹੋ ਉਹ ਪਾਸੇ ਨੂੰ ਛੱਡ ਕੇ ਮੈਂ ਦੂਸਰੇ ਪਾਸੇ ਨੂੰ ਆਉਣਾ। ਹੁਣ ਰਿਜ਼ਰਵੇਸ਼ਨ ਪਾਲਿਸੀ ਦੇ ਹੋਰ ਸਾਈਡ ਇੱਕ ਬੜੀ ਵਧੀਆ ਰਿਜ਼ਰਵੇਸ਼ਨ ਪਾਲਿਸੀ ਦੀ ਗੱਲ ਹੈ। ਉਹਦੇ ਵਿੱਚ 3 ਹਾਲਾਤ ਆਉਂਦੇ ਆ ਸਮਾਜ ਦੇ ਵਿੱਚ। ਅਸੀਂ ਸ਼ਾਦੀ ਕਰਦੇ ਹਾਂ, ਜਦੋਂ ਸਾਡੇ ਐਸਸੀ ਬੱਚੇ, ਐਸਸੀ ਲੜਕਾ ਨਾਨ ਐਸਸੀ ਲੜਕੀ ਦੇ ਨਾਲ ਮੈਰਿਜ ਕਰਦਾ, ਤੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਉਸ ਲੜਕੀ ਨੂੰ ਕੋਈ ਵੀ ਰਿਜ਼ਰਵੇਸ਼ਨ ਬੈਨੀਫਿਟ ਨਹੀਂ ਮਿਲਦਾ ਥਰੂਆਊਟ ਹਰ ਲਾਈਫ। ਨਾਨ ਐਸਸੀ ਲੜਕੀ ਅਗਰ ਐਸਸੀ ਲੜਕੇ ਦੇ ਨਾਲ ਵਿਆਹ ਕਰਾਉਂਦੀ ਆ, ਉਹਨੂੰ ਸਾਰੀ ਉਮਰ ਤੱਕ ਕੋਈ ਕਿਸੇ ਤਰ੍ਹਾਂ ਦਾ ਬੈਨੀਫਿਟ ਰਿਜ਼ਰਵੇਸ਼ਨ ਪਾਲਿਸੀ ਦੇ ਮੁਤਾਬਕ ਨਹੀਂ ਮਿਲਦਾ। ਔਰ ਉਹਦੇ ਉਲਟ ਅਗਰ ਸਾਡੀ ਲੜਕੀ ਐਸਸੀ ਦੀ ਨਾਨ ਐਸਸੀ ਲੜਕੇ ਨਾਲ ਵਿਆਹ ਕਰਾਉਂਦੀ ਆ, ਫਿਰ ਹਾਲਾਤ ਕੀ ਹੁੰਦੇ ਆ ਕਿ ਉਹਨੂੰ ਸਾਰੇ ਹੀ ਬੈਨੀਫਿਟ ਮਿਲਣਗੇ ਵਨ ਟੂ ਆਲ ਜਿਹੜੇ ਐਸਸੀ ਕੈਂਡੀਡੇਟ ਨੂੰ ਮਿਲਦੇ ਆ। ਤੁਸੀਂ ਡਿਫਰੈਂਸ ਦੇਖੋ ਦੋਨਾਂ ਦਾ ਕਿ ਅਗਰ ਸਾਡਾ ਲੜਕਾ ਹੈ, ਉਹਦੀ ਘਰਵਾਲੀ ਆਈ ਹੈ ਨਾਨ ਐਸਸੀ, ਉਹਨੂੰ ਕੋਈ ਬੈਨੀਫਿਟ ਨਹੀਂ ਮਿਲੂਗਾ ਰਿਜ਼ਰਵੇਸ਼ਨ ਪਾਲਿਸੀ ਦੇ ਮੁਤਾਬਕ। ਵੇਅਰ ਐਜ਼ ਉਹਦੇ ਉਲਟ ਜਦੋਂ ਸਾਡੀ ਕੁੜੀ ਨੇ ਜਾ ਕੇ ਨਾਨ ਐਸਸੀ ਬੱਚੇ ਨਾਲ ਵਿਆਹ ਕਰਾਇਆ, ਲੜਕੇ ਨਾਲ, ਤੇ ਉਹਨੂੰ ਸਾਰੇ ਹੀ ਬੈਨੀਫਿਟ ਮਿਲਣਗੇ ਰਿਜ਼ਰਵੇਸ਼ਨ ਪਾਲਿਸੀ ਦੇ। ਔਰ ਉਹਨੂੰ ਇਲੈਕਸ਼ਨ ਦੇ ਵਿੱਚ ਵੀ ਖੜੀ ਹੋ ਸਕਦੀ ਆ ਰਿਜ਼ਰਵ ਸੀਟ ਤੋਂ। ਜਦ ਕਿ ਐਸਸੀ ਦੇ ਘਰ ਵਾਲੀ ਅਗਰ ਨਾਨ ਐਸਸੀ ਹੈ ਤਾਂ ਉਹ ਰਿਜ਼ਰਵ ਸੀਟ ਤੋਂ ਕਦੇ ਵੀ ਖੜ ਹੀ ਨਹੀਂ ਸਕਦੀ, ਐਮਐਲਏ ਐਮਪੀ ਕਿਤੇ ਵੀ। ਔਰ ਇੱਕ ਮੈਰਿਜ ਹੋ ਗਈ। ਸੈਕੰਡ ਜੀ, ਇੱਕ ਅਡਾਪਸ਼ਨ ਹੁੰਦੀ ਹੈ ਕਿ ਹੁਣ ਲੜਕੀ ਦਾ ਲੜਕੇ ਦਾ ਵਿਆਹ ਕੀਤਾ, ਕੋਈ ਬੱਚਾ ਨਹੀਂ ਹੋਇਆ, ਕੀ ਕਰਨਗੇ? ਕੋਈ ਨਾ ਕੋਈ ਬੱਚਾ ਅਡਾਪਟ ਕਰਨਗੇ। ਔਰ ਇਹ ਅਡਾਪਸ਼ਨ ਜਿਹੜੀ ਹੈ ਹਿੰਦੂ ਮੈਰਿਜ ਐਕਟ ਜਿਹੜਾ ਉਹਦੇ ਨਾਲ ਰਿਲੇਟਡ ਹੈ। ਅਡਾਪਸ਼ਨ ਡੀਡ ਹੈ, ਜਿਹੜੀ ਵੀ ਅਡਾਪਸ਼ਨ ਡੀਡ ਉਹਦੀ ਡੇਟ ਬਹੁਤ ਇੰਪੋਰਟੈਂਟ ਹੈ। ਔਰ ਮੇਰਾ ਖਿਆਲ ਮੈਂ ਕਈ ਵਾਰੀ ਜਿੰਨੀ ਵਾਰੀ ਵੀ ਗੱਲ ਕੀਤੀ ਹੈ, ਬਹੁਤ ਸਾਰਿਆਂ ਲੋਕਾਂ ਨੇ ਬੱਚਾ ਗੋਦ ਲਿਆ, ਅਡਾਪਸ਼ਨ ਡੀਡ ਨਹੀਂ ਬਣਾਈ। ਮੇਰੇ ਦੋਸਤੋ ਅੱਜ ਵੀ ਸਮਝ ਜਾਓ, ਅਗਰ ਤੁਸੀਂ ਬੱਚਾ ਕੋਈ ਲਿਆ ਆ, ਅਡਾਪਸ਼ਨ ਡੀਡ ਬਣਾਓ, ਕਿਉਂਕਿ ਜਿੰਨੇ ਵੀ ਕੇਸ ਹੈਗੇ ਉਹ ਅਡਾਪਸ਼ਨ ਡੀਡ ਨਾਲ ਦੀ ਡੇਟ ਤੋਂ ਸੰਬੰਧ ਹੈ। ਅਗਰ ਉਹ ਡੇਟ ਅਡਾਪਸ਼ਨ ਦੀ ਜਿਹੜੀ ਹੈਗੀ ਆ ਉਹ ਵੈਲ ਪਾਰਟੀਕੂਲਰ ਹੈਗੀ ਆ, ਉਸ ਡੇਟ ਤੋਂ ਸਾਰੇ ਬੈਨੀਫਿਟ ਸ਼ੁਰੂ ਹੁੰਦੇ ਆ। ਅਦਰਵਾਈਜ਼ ਉਹਦੇ ਬੈਨੀਫਿਟ ਦਾ ਕੁਝ ਵੀ ਨਹੀਂ ਮਿਲਦਾ। ਇਸ ਕਰਕੇ ਇਹ ਸੈਕੰਡ ਸਾਈਡ ਹੈਗੀ ਉਹਦੀ। ਥਰਡ ਸਾਈਡ ਇੱਕ ਹੋਰ ਹੋ ਜਾਂਦੀ ਹੈ ਕਨਵਰਸ਼ਨ। ਕਨਵਰਸ਼ਨ ਕੀ ਹੁੰਦਾ? ਕਨਵਰਸ਼ਨ ਹੁੰਦਾ ਕਿ ਜਦੋਂ ਇੱਕ ਧਰਮ ਛੱਡ ਕੇ ਦੂਜੇ ਧਰਮ ਨੂੰ ਜਾ ਵੜਦਾ ਬੰਦਾ। ਔਰ ਉਹਦੇ 'ਚ ਕੀ ਹੈ, ਕਿਉਂਕਿ ਕੋਈ ਵੀ ਐਸਸੀ, ਇੱਕ ਬੜੀ ਮਜ਼ੇਦਾਰ ਗੱਲ ਹੈ ਜਿਹੜੀ ਯਾਦ ਰੱਖਣ ਯੋਗ ਹੈ, ਕੋਈ ਵੀ ਐਸਸੀ ਜਿਹੜਾ ਹੈਗਾ ਉਹ ਸਿਰਫ 3 ਧਰਮਾਂ ਦੇ ਵਿੱਚ ਹੋ ਸਕਦਾ। 3 ਧਰਮ। ਸਿੱਖੀਜ਼ਮ 'ਚ ਐਸਸੀ ਹੋ ਸਕਦਾ। ਸਾਡੇ ਕਨਸਟੀਟਿਊਸ਼ਨ ਦੇ ਵਿੱਚ ਹੈ ਸਿੱਖ ਧਰਮ ਦੇ ਵਿੱਚ ਐਸਸੀ ਹੋ ਸਕਦਾ। ਦੂਸਰਾ ਹਿੰਦੂ ਧਰਮ ਦੇ ਵਿੱਚ ਐਸਸੀ ਹੋ ਸਕਦਾ। ਤੀਸਰਾ ਬੁੱਧਿਜ਼ਮ ਦੇ ਵਿੱਚ ਐਸਸੀ ਹੋ ਸਕਦਾ। ਇਹਨਾਂ 3 ਧਰਮਾਂ ਤੋਂ ਬਿਨਾਂ ਚੌਥੇ ਧਰਮ 'ਚ ਕੋਈ ਐਸਸੀ ਨਹੀਂ ਹੋ ਸਕਦਾ। ਹਰ 3 ਧਰਮਾਂ ਤੋਂ ਬਿਨਾਂ ਚੌਥਾ ਧਰਮ ਦੀ ਕੋਈ ਗੱਲ ਕਰੇ, ਉਹਨੂੰ ਕੋਈ ਐਸਸੀ ਦੇ ਬੈਨੀਫਿਟ ਨਹੀਂ ਮਿਲਣਗੇ, ਭਾਵੇਂ ਉਹ ਬੇਸਿਕਲੀ ਐਸਸੀ ਹੋਵੇ। ਔਰ ਫਿਰ ਉਹਦਾ ਰੀਕਨਵਰਸ਼ਨ, ਕਿ ਹੁਣ ਬੰਦੇ ਨੂੰ ਸਮਝ ਆਈ, ਪਹਿਲਾਂ ਚੱਕ ਚਕਾ ਕੇ ਧਰਮ ਬਦਲਵਾਤਾ, 6 ਮਹੀਨੇ ਸਮਝ ਆਈ ਯਾਰ ਮੇਰੀ ਤਾਂ ਰਿਜ਼ਰਵੇਸ਼ਨ ਸਾਰੀ ਜੁੜ ਗਈ। ਉਹਦੇ ਲਈ ਪ੍ਰੋਵੀਜ਼ਨ ਡਾਕਟਰ ਸਾਹਿਬ ਨੇ ਫਿਰ ਛੱਡੀ ਹੈ
ਉਹਦੇ ਲਈ ਕੀ ਪ੍ਰੋਵੀਜ਼ਨ ਛੱਡੀ ਆ? ਉਹਦੀ ਪ੍ਰੋਵੀਜ਼ਨ ਹੈ ਕਿ ਉਹ ਰੀਕਨਵਰਟ ਹੋ ਸਕਦਾ, ਜਿੱਥੋਂ ਉਹ ਆਇਆ ਉਹਦੇ 'ਚ ਫਿਰ ਦੁਬਾਰਾ ਜਾ ਸਕਦਾ। ਦੁਬਾਰਾ ਜਾਣ ਲਈ ਉਹਨੂੰ ਕੀ ਕਰਨਾ ਪਏਗਾ? ਆਪਣੇ ਪਿੰਡ ਦੇ 5 ਬੰਦੇ ਮਿਨੀਮਮ, ਜ਼ਰੂਰੀ ਨਹੀਂ ਪੰਚਾਇਤ ਮੈਂਬਰ ਹੀ ਹੋਣ, ਕੋਈ ਵੀ 5 ਬੰਦੇ ਜਿਹੜੇ ਉਸ ਧਰਮ ਨਾਲ ਰਿਲੇਟਡ ਹੈ ਉਹ ਉਹਨੂੰ ਅਸੈਪਟ ਕਰਦੇ ਆ ਕਿ ਅਸੀਂ ਇਹਨੂੰ ਰੀਕਨਵਰਟ ਕਰਕੇ ਆਪਣੇ ਧਰਮ ਦੇ ਵਿੱਚ ਫਿਰ ਵਾਪਸ ਲੈ ਲਿਆ। ਕਿੰਨਾ ਸੌਖਾ ਤਰੀਕਾ ਹੈਗਾ, ਕਿਉਂਕਿ ਰਿਜ਼ਰਵੇਸ਼ਨ ਪਾਲਿਸੀ ਦੇ ਵਿੱਚ ਕਿੰਨੇ ਵਧੀਆ ਪੁਆਇੰਟ ਹੈਗੇ ਆ, ਔਰ ਇਹ ਹੈਗਾ ਰੀਕਨਵਰਸ਼ਨ ਦਾ। ਇਸੇ ਤਰ੍ਹਾਂ ਨਾਲ ਸਭ ਤੋਂ ਪਹਿਲਾਂ ਤੇ ਹਿੰਦੂ ਮੈਰਿਜ ਐਕਟ ਦੇ ਵਿੱਚ ਅਡਾਪਸ਼ਨ ਹੁੰਦੀ ਸੀਗੀ ਕਿ ਅਸੀਂ ਆਪਣੀ ਜਾਤ ਤੋਂ ਬਿਨਾਂ ਦੂਸਰੇ ਬੱਚੇ ਨੂੰ ਅਡਾਪਟ ਨਹੀਂ ਸੀ ਕਰ ਸਕਦੇ। ਅਸੀਂ ਐਸੀ ਕਿਸੇ ਦੂਸਰੇ ਧਰਮ ਦੇ ਬੱਚੇ ਨੂੰ ਅਡਾਪਟ ਨਹੀਂ ਕਰ ਸਕਦੇ, ਔਰ ਨਾ ਹੀ ਹਾਇਰ ਕਾਸਟ ਲੋਕ ਜਿਹੜੇ ਆ ਸਾਡੇ ਆਪਣੇ ਕਾਸਟ ਨੂੰ ਸੰਭਾਲ ਕੇ ਰੱਖ ਸਕਦੇ। ਉਹ ਵੀ ਨਹੀਂ ਲੈ ਸਕਦੇ, ਅਸੀਂ ਵੀ ਨਹੀਂ ਲੈ ਸਕਦੇ। ਔਰ ਇਹ ਹਿੰਦੂ ਮੈਰਿਜ ਐਕਟ ਦੇ ਵਿੱਚ ਇਹ ਬਾਅਦ ਵਿੱਚ ਆਇਆ ਕਿ ਅਸੀਂ ਕਿਸੇ ਵੀ ਜਾਤ ਦੇ ਬੱਚੇ ਨੂੰ ਅਡਾਪਟ ਕਰ ਸਕਦੇ ਹਾਂ, ਬਸ਼ਰਤ ਹੈ ਕਿ ਅਡਾਪਸ਼ਨ ਡੀਡ ਸ਼ੁੱਡ ਬੀ ਅ ਪ੍ਰੋਪਰ ਵਨ। ਰਣਜੀਤ ਸਿੰਘ ਜੀ ਰਾਣਾ ਆ ਲਓ, ਨਹੀਂ ਕੋਈ ਨਹੀਂ, ਇਹਨਾਂ ਤੋਂ ਬਾਅਦ ਸਰਦਾਰ ਸੁਰਿੰਦਰ ਸਿੰਘ ਜੀ ਪੰਚ ਸਾਹਿਬ, ਬਹੁਤ ਬਹੁਤ ਧੰਨਵਾਦ। ਇਹਨਾਂ ਤੋਂ ਬਾਅਦ ਸਰਦਾਰ ਬਹੁਤ ਸਿੰਘ ਜੀ ਸਕੱਤਰ ਗੁਰਦੁਆਰਾ ਬਿਸ਼ਨ ਸਿੰਘ ਜੀ ਬਾਂਗੜ। ਅੱਜ ਜੋ ਕਾਂਚੀ ਟੀਵੀ ਦੀ ਕਵਰੇਜ ਕਰ ਰਹੇ ਆ ਉਹ ਕਮਲਜੀਤ ਬੰਗਾ ਜ਼ਿਲ੍ਹਾ ਪਰਿਸ਼ਦ ਮੈਂਬਰ ਦੇ ਵੱਲੋਂ, ਹੰਸਾ ਜੀ ਬੰਗਾ ਵੱਲੋਂ ਹੋ ਰਹੀ ਆ, ਤੇ ਕਲੱਬ ਨੂੰ ਜ਼ਿਲ੍ਹਾ ਪਰਿਸ਼ਦ ਮੈਂਬਰ ਕਮਲਜੀਤ ਬੰਗਾ ਨੇ 5000 ਦਾ ਯੋਗਦਾਨ ਪਾਇਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਆ ਜਾਓ ਕਮਲਜੀਤ ਬੰਗਾ ਜੀ, ਰੂਪਲਾਲ ਜੀ ਆ ਜਾਓ, ਸਾਰੇ ਜਣੇ ਆ ਜਾਓ, ਸੰਜੀਵ ਜੀ, ਡਾਕਟਰ ਸਾਹਿਬ, ਬੈਜਲਾਲ ਜੀ, ਬਹੁਤ ਬਹੁਤ ਧੰਨਵਾਦ। ਜੈ ਭੀਮ ਜੈ ਭਾਰਤ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤੁਸੀਂ ਡਾਕਟਰ ਸਾਹਿਬ ਦੇ ਜੀਵਨੀ ਬਾਰੇ ਚਾਨਣਾ ਪਾਇਆ। ਤੇ ਸਾਡੇ ਹੁਣ ਪਰਮ ਸਤਿਕਾਰਯੋਗ ਨਗਰ ਨਿਵਾਸੀ ਪਿੰਡ ਮਾਂਗਣ ਡਿੰਗਰੀਆਂ ਦੇ ਔਰ ਦੂਰੋਂ ਨੇੜਿਓਂ ਜਿੰਨੇ ਵੀ ਚੱਲ ਕੇ ਸੰਗਤਾਂ ਇੱਥੇ ਪਹੁੰਚੇ ਹਨ, ਮੇਰੇ ਵੀ ਭੈਣ ਬਜ਼ੁਰਗ ਸਾਹਿਬਾਨ, ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਆਪਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ, ਜੋ ਆਪਾਂ ਉਹਨਾਂ ਦੀ 128ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਉਹਨਾਂ ਦੇ ਜਨਮ ਦਿਨ ਦੀਆਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ। ਬਾਕੀ ਜਿਵੇਂ ਕਿ ਪਹਿਲਾਂ ਬੁਲਾਰੇ ਆਏ ਹਨ, ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨੀ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ ਕਿ ਬਾਬਾ ਸਾਹਿਬ ਦੀ ਸੋਚ ਕੀ ਸੀ ਔਰ ਸਾਡੇ ਲਈ ਕੀ ਛੱਡ ਕੇ ਗਏ ਹਨ। ਸਾਨੂੰ ਅੱਜ ਮੌਕੇ ਤੇ ਸਾਨੂੰ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਜੋ ਸਰਕਾਰਾਂ ਨੇ ਅੱਜ ਤੱਕ ਕੀਤਾ ਜਾਂ ਸਮੇਂ ਦੀਆਂ ਸਰਕਾਰਾਂ ਸਾਡੇ ਪ੍ਰਤੀ ਜੋ ਸਾਡੇ ਆਪਣੇ ਹੱਕ ਬਣਦੇ ਹਨ, ਉਹਨਾਂ ਹੱਕਾਂ ਤੋਂ ਸਾਨੂੰ ਕੋਹਾਂ ਦੂਰ ਰੱਖਿਆ ਗਿਆ। ਸਾਡੇ ਨੌਜਵਾਨ ਵੀਰਾਂ ਨੇ ਜਿਹੜੇ ਉਪਰਾਲਾ ਕਰਦੇ ਹਨ ਜਨਮ ਦਿਨ ਮਨਾਉਣ ਦਾ, ਜਾਂ ਅਸੀਂ ਉਹਨਾਂ ਦਾ ਪ੍ਰੀ ਨਿਰਵਾਣ ਦਿਵਸ ਮਨਾਉਂਦੇ ਹਾਂ, ਸਾਨੂੰ ਵੱਧ ਤੋਂ ਵੱਧ ਲੋੜ ਹੈ। ਇਹ ਨਹੀਂ ਵੀ ਜਨਮ ਦਿਨ ਮਨਾ ਲਿਆ ਤਾਂ ਠੀਕ ਹੈ, ਪਰ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦਾ ਅੱਜ ਸਾਨੂੰ ਪੂਰੇ ਜੋਸ਼ੋ ਖਰੋਸ਼ ਨਾਲ ਉਹਨਾਂ ਦੇ ਹੱਕਾਂ ਤੇ, ਉਹਨਾਂ ਦੇ ਜੋ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਪ੍ਰਤੀ ਜੋ ਸਾਨੂੰ ਹੱਕ ਚਾਹੀਦੇ ਹਨ, ਅੱਜ ਮੌਕੇ ਦੀਆਂ ਸਰਕਾਰਾਂ ਨੇ ਸਾਨੂੰ ਕੋਹਾਂ ਦੂਰ ਰੱਖਿਆ ਹੈ ਉਹਨਾਂ ਤੋਂ। ਸਾਨੂੰ ਚਾਹੀਦਾ ਇਹ ਆ, ਅਸੀਂ ਆਪਣੇ ਬੱਚਿਆਂ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਤੇ ਬਹੁਤ ਸਾਰੀਆਂ ਬੁੱਕਾਂ ਮਿਲਦੀਆਂ ਹਨ, ਪਰ ਮੈਨੂੰ ਨਹੀਂ ਲੱਗਦਾ ਆਪਾਂ ਸਿਲੇਬਸ ਤੋਂ ਇਲਾਵਾ ਉਹਨਾਂ ਨੂੰ ਕਦੇ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈਏ ਜਾਂ ਕਦੇ ਆਪਾਂ ਕੋਸ਼ਿਸ਼ ਕੀਤੀ ਹੋਵੇ। ਕਿਉਂਕਿ ਅੱਜ ਕੱਲ੍ਹ ਆਪਾਂ ਇਹੀ ਸੋਚਦੇ ਹਾਂ ਵੀ ਅਸੀਂ ਬੱਚਿਆਂ ਨੂੰ ਵਧੀਆ ਜਿਹੜੇ ਪ੍ਰਾਈਵੇਟ ਸਕੂਲ ਆ, ਕਨਵੈਂਟ ਸਕੂਲ ਆ, ਉਹਨਾਂ ਵਿੱਚ ਬੱਚਿਆਂ ਨੂੰ ਪੜ੍ਹਾਈਏ। ਵਧੀਆ ਗੱਲ ਆ, ਜ਼ਰੂਰੀ ਜਿਹੜੀ ਉੱਚੀ ਸਿੱਖਿਆ ਆ, ਐਜੂਕੇਸ਼ਨ ਦੇਣੀ ਚਾਹੀਦੀ ਹੈ, ਪਰ ਇਹ ਜਿਹੜੇ ਪ੍ਰਾਈਵੇਟ ਸਕੂਲ ਆ ਇਹ ਕਦੇ ਵੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜਾਂ ਸਾਡੇ ਜੋ ਵੀ ਸਾਡੇ
ਪਹਿਲਾਂ ਸਾਡੀ ਜਾਤੀ ਤੋਂ ਸਾਡੇ ਵਿਦਵਾਨ ਹੋਏ ਹਨ, ਉਹਨਾਂ ਦੇ ਜੀਵਨੀ ਬਾਰੇ ਕਦੀ ਵੀ ਕਿਸੇ, ਮੈਨੂੰ ਨਹੀਂ ਲੱਗਦਾ ਵੀ ਕੋਈ ਪ੍ਰਾਈਵੇਟ ਸਕੂਲ ਉਹਨਾਂ ਦੇ ਜੀਵਨੀਆਂ ਬਾਰੇ ਦੱਸਦੇ ਹੋਣਗੇ। ਸੋ ਮੇਰੇ ਬਹੁਤ ਸਾਰੇ ਪੜ੍ਹੇ ਲਿਖੇ ਵੀਰ ਹਨ ਜੋ ਆਪਾਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਵਾਉਂਦੇ ਆ ਵਧੀਆ, ਪਰ ਸਾਨੂੰ ਚਾਹੀਦਾ ਇਹ ਹੈ ਕਿ ਆਪਾਂ ਡਾਕਟਰ ਭੀਮ ਰਾਓ ਜੀ ਅੰਬੇਡਕਰ ਜੀ ਦੀ ਜੀਵਨੀ, ਉਹਨਾਂ ਦਾ ਜੀਵਨ ਦਾ ਫਲਸਫਾ ਔਰ ਜੋ ਉਹਨਾਂ ਨੇ ਸੰਵਿਧਾਨ ਦੇ ਵਿੱਚ ਲਿਖਿਆ ਹੈ, ਜਿਹੜੇ ਅੱਜ ਜੇ ਅਸੀਂ ਅੱਜ ਉਹਨਾਂ ਦੇ ਜਨਮ ਦਿਵਸ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਮਨਾਉਂਦੇ ਹਾਂ, ਇਹ ਸਿਰਫ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਦੇਣ ਹੈ। ਨਹੀਂ ਤੇ ਸਾਨੂੰ ਇਦਾਂ ਕਿਸੇ ਨੇ ਚੁਰਾਹੇ ਵਿੱਚ ਜਾਂ ਇਦਾਂ ਪਿੰਡ ਵਿੱਚ ਕਿਸੇ ਨੇ ਇਕੱਠੇ ਹੋ ਕੇ ਬੈਠਣ ਨਹੀਂ ਸੀ ਦੇਣਾ। ਇਹ ਸਿਰਫ ਉਹਨਾਂ ਦੇ ਸਦਕਾ ਹੀ ਆਪਾਂ ਅੱਜ ਬੈਠੇ ਹਾਂ। ਸੋ ਮੈਂ ਬਾਰ-ਬਾਰ ਇਹੀ ਕਹੂੰਗਾ ਕਿ ਆਪਾਂ ਵੱਧ ਤੋਂ ਵੱਧ ਉਹਨਾਂ ਦੇ ਜਿਹੜੇ ਪਾਏ ਹੋਏ ਪੂਰਨੇ ਆ, ਉਹਨਾਂ ਦੇ ਜਿਹੜੇ ਕਾਨੂੰਨ ਸਾਡੇ ਲਈ ਦਿੱਤੇ ਹਨ, ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਵੀ ਹਨ ਸਿਰ ਤੇ, ਸਾਨੂੰ ਵੱਧ ਤੋਂ ਵੱਧ ਇਹ ਸੋਚਣਾ ਚਾਹੀਦਾ ਸੀ ਚੰਗੀ ਸਰਕਾਰ ਕਿਹੜੀ ਲਿਆਉਣੀ, ਕਿਹੜੀ ਸਾਡੇ ਬਾਰੇ ਸੋਚਦੀ ਹੈ। ਇਹਨਾਂ ਗੱਲਾਂ ਤੇ ਸਾਨੂੰ ਧਿਆਨ ਦੇਣ ਦੀ ਲੋੜ ਆ। ਮੈਂ ਇੱਕ ਸਾਂਝਾ ਪ੍ਰੋਗਰਾਮ ਹੈ, ਕੋਈ ਪੋਲੀਟੀਕਲ ਸਟੇਜ ਨਹੀਂ, ਮੈਂ ਸੋਚਦਾ ਤਾਂ ਬਹੁਤ ਕੁਝ ਸੀ ਪਰ ਬਿਆਨ ਵੀ ਕਰਨਾ ਚਾਹੁੰਦਾ ਸੀ, ਪਰ ਸਾਰੇ ਆਪਾਂ ਪਾਰਟੀ ਦੇ ਨੁਮਾਇੰਦੇ ਬੈਠੇ ਆ, ਮੋਹਤਵਾਰ ਸੱਜਣ ਬੈਠੇ, ਕੋਈ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ, ਕੋਈ ਕਿਸੇ ਪਾਰਟੀ ਨੂੰ, ਪਰ ਮੇਰੀ ਇੱਕ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਆ ਵੀ ਆਪਾਂ ਇੱਕ ਸਿਰਫ ਇਸ ਗੱਲ ਦਾ ਸੋਚਣਾ, ਜਿਵੇਂ ਕਿ ਤੁਸੀਂ ਰੰਗ ਕਲਾ ਮੰਚ ਵਾਲਿਆਂ ਨੇ ਜਿਹੜਾ ਅੱਜ ਪੇਸ਼ ਕਰਨਗੇ, ਇਹਨਾਂ ਤੋਂ ਥੋੜੀ ਜਿਹੀ ਸਿੱਖਿਆ ਲਈਏ, ਇਹਨਾਂ ਤੋਂ ਸੇਧ ਲਈਏ ਤੇ ਸਾਡਾ ਆਪਣੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਅਸੀਂ ਵੱਧ ਤੋਂ ਵੱਧ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਤੇ ਪਹਿਰਾ ਦਈਏ, ਜੋ ਉਹਨਾਂ ਨੇ ਸਾਡੇ ਪ੍ਰਤੀ, ਜਿਵੇਂ ਕਿ ਉਹਨਾਂ ਨੇ ਪੇਸ਼ ਕੀਤਾ ਵੀ ਸੀ ਪਹਿਲਾਂ ਗੀਤ ਇੱਕ ਹੰਸਰਾਜ ਜੀ ਦਾ ਅਸੀਂ ਪੇਸ਼ਕਾਰੀ ਸੀ, ਉਹਦੇ ਵਿੱਚ ਭੀਮ ਰਾਓ ਅੰਬੇਦਕਰ ਜੀ ਨੇ ਵੀ ਦੱਸਿਆ ਸੀ ਵੀ ਆਪਾਂ ਔਰਤਾਂ ਦੇ ਪ੍ਰਤੀ, ਔਰਤਾਂ ਨੂੰ ਜਾਗਰੂਕ ਕਿੱਦਾਂ ਕਰਨਾ, ਔਰ ਇੱਕ ਜਿਹੜੇ ਬੱਚੇ ਆ, ਸਾਨੂੰ ਜਿੱਥੇ ਲੜਕਿਆਂ ਦੀ ਲੋੜ ਹੈ ਉੱਥੇ ਲੜਕੀਆਂ ਦੀ ਵੀ ਲੋੜ ਆ। ਸਾਡੀ ਸੋਚ ਨੂੰ ਆਪਾਂ ਵਧੀਆ ਤਰੀਕੇ ਨਾਲ ਚਲਾਈਏ, ਜਿੱਥੇ ਆਪਾਂ ਆਪਣੇ ਬੇਟਿਆਂ ਨੂੰ, ਬੱਚਿਆਂ ਨੂੰ ਪੜ੍ਹਾ ਰਹੇ ਆ, ਉੱਥੇ ਲੜਕੀਆਂ ਨੂੰ ਵੀ ਪੜ੍ਹਾਈਏ, ਵੱਧ ਤੋਂ ਵੱਧ ਐਜੂਕੇਸ਼ਨ ਦਈਏ, ਕਿਉਂਕਿ ਲੜਕੀਆਂ ਅੱਜ ਕੱਲ੍ਹ ਕਿਸੇ ਤੋਂ ਘੱਟ ਨਹੀਂ। ਅਸੀਂ ਰੋਜ਼ ਸੋਸ਼ਲ ਮੀਡੀਆ ਤੇ ਵੀ, ਨਿਊਜ਼ 'ਚ ਵੀ ਸਾਰੀ ਤਰ੍ਹਾਂ ਦੇਖਦੇ ਆ ਕਿ ਸਾਡੇ ਜਿਹੜੇ ਬੱਚੇ ਆ IPS PCS ਬਹੁਤ ਤਕੜੇ ਤਕੜੇ ਅਹੁਦਿਆਂ ਤੇ ਉਹ ਜਾ ਰਹੇ, ਉਹ ਸਾਡੀਆਂ ਹੀ ਲੜਕੀਆਂ ਹਨ, ਉਹ ਸਾਡੇ ਹੀ ਘਰਾਂ 'ਚੋਂ ਨਿਕਲ ਕੇ ਜਾਂਦੀਆਂ ਹਨ। ਸਾਨੂੰ ਸੋਚ ਨੂੰ ਬਦਲਣਾ ਚਾਹੀਦਾ ਹੈ, ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ। ਸੋ ਮੈਂ ਇੱਕ ਵਾਰ ਸਾਰੇ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਇੱਥੇ ਪਹੁੰਚੇ ਹਨ, ਔਰ ਜਿਹੜੇ ਨਾਟਕ ਮੰਡਲੀ ਹੈ ਉਹਨਾਂ ਨੂੰ ਵੀ, ਹੋਰ ਸਾਰੇ ਹੀ ਭੈਣਾਂ ਭਰਾਵਾਂ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੈ ਭੀਮ, ਜੈ ਭਾਰਤ। ਥੈਂਕ ਯੂ ਜੀ। ਮਾਰਕ ਡਿਗਰੀਆਂ ਦੇ ਵਿੱਚ ਨੌਜਵਾਨ ਸਭਾ ਵੱਲੋਂ ਭੀਮ ਰਾਓ ਅੰਬੇਦਕਰ ਦਾ 128ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਬੜੀ ਖੁਸ਼ੀ ਦੀ ਗੱਲ ਹੈ, ਅੱਜ ਇਹ ਨੌਜਵਾਨਾਂ ਦੇ ਵਿੱਚ ਜਾਗਰਤੀ ਪੈਦਾ ਹੋਈ ਹੈ। ਸੋ ਮੈਂ ਇਹ ਅਪੀਲ ਕਰਨਾ ਚਾਹੁੰਦਾ, ਤੁਸੀਂ ਇਹ ਨਾਟਕ ਦੇਖਿਆ, ਅੰਬੇਦਕਰ ਨੇ ਸਾਡੇ ਲਈ ਕਿੰਨੀ ਘਾਲਣਾ ਕੀਤੀ, ਕਿੰਨੀਆਂ ਕੁਰਬਾਨੀਆਂ ਕੀਤੀਆਂ। ਆਪਣੇ ਬੱਚਿਆਂ ਦੇ ਕੱਫਣ ਜੋਗੇ ਪੈਸੇ ਵੀ ਹੈ ਨਹੀਂ ਸੀ ਉਹਨਾਂ ਕੋਲ, ਉਹਨਾਂ ਨੇ ਸਾਡੇ ਲਈ ਫੇਰ ਵੀ ਇੰਨਾ ਸੰਘਰਸ਼ ਕੀਤਾ। ਅੱਜ ਜੋ ਕੌਮ ਸਾਡੀ ਇੱਥੇ ਤੱਕ ਪਹੁੰਚੀ ਹੈ, ਉਹ ਸਭ ਅੰਬੇਦਕਰ ਦੀ ਦੇਣ ਹੈ। ਸੋ ਇਸ ਉਦੋਂ ਵੀ ਮਨੂਵਾਦੀ ਵਿਰੋਧ ਕਰਦੇ ਸੀ, ਅੱਜ ਵੀ ਮਨੂਵਾਦੀ ਸਾਡੇ ਦੇ ਵਿੱਚ ਫੁੱਟ ਪਾ ਰਹੇ ਆ। ਅੱਜ ਤੁਸੀਂ ਦੇਖ ਲਓ, ਜੋ ਸਾਡਾ ਫੰਡਾਮੈਂਟਲ ਰਾਈਟ ਹੈ ਅੰਬੇਦਕਰ ਜੀ ਨੇ ਸੰਵਿਧਾਨ ਦੇ ਵਿੱਚ ਸਾਨੂੰ ਦਿੱਤਾ, ਸਭ ਤੋਂ ਪਹਿਲਾਂ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ। ਅੱਜ ਉਹ ਐਜੂਕੇਸ਼ਨ ਕਿਹਨਾਂ ਲੋਕਾਂ ਨੂੰ ਮਿਲ ਰਹੀ ਹੈ, ਅੱਜ ਫਿਰ ਮਨੂਵਾਦੀ ਪ੍ਰਭਾਵੀ ਹੋ ਰਿਹਾ। ਉਹ ਸਿਰਫ ਸਾਡੀਆਂ ਕਮਜ਼ੋਰੀਆਂ ਕਰਕੇ ਅਸੀਂ ਅੰਬੇਦਕਰ ਦੀ ਵਿਚਾਰਧਾਰਾ ਨੂੰ ਆਪਣੇ ਮਨਾਂ ਵਿੱਚ ਵਸਾ ਨਹੀਂ ਸਕੇ। ਸੋ ਇਹੋ ਜਿਹੇ ਨਾਟਕ ਜੋ ਚੱਲਦੇ ਆ, ਇਹਨਾਂ ਨਾਟਕਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਫਲਸਫਾ, ਡਾਕਟਰ ਅੰਬੇਦਕਰ ਸਾਹਿਬ ਜੀ ਦਾ ਫਲਸਫਾ, ਇਹਨੂੰ ਗਾਂਹ ਤੋਰਨਾ ਆ। ਅੱਜ ਸਕੂਲਾਂ ਦੇ ਵਿੱਚ ਉਹ ਹਾਲਤ ਹੋਈ ਹੈ ਕਿ ਦਲਿਤਾਂ ਦੇ ਨਿਆਣੇ ਜਿਹੜੇ ਆ, ਉਹਨਾਂ ਨੂੰ ਗੌਰਮੈਂਟ ਨੇ ਇੱਕ ਕਾਨੂੰਨ ਬਣਾ ਦਿੱਤਾ ਕਿ 10ਵੀਂ ਤੱਕ ਫੇਲ ਨਹੀਂ ਕਰਨਾ। ਮਤਲਬ ਕਿ ਇਹ ਦਲਿਤਾਂ ਦੇ ਲੋਕ ਨਿਆਣੇ ਪੜ੍ਹ ਨਾ ਸਕਣ, ਅਮੀਰ ਲੋਕਾਂ ਦੇ ਜਿਹੜੇ ਨਿਆਣੇ ਆ ਉਹ ਬੜੇ ਬੜੇ ਸਕੂਲਾਂ, ਮਹਿੰਗੇ ਸਕੂਲਾਂ ਵਿੱਚ ਜਾ ਰਹੇ ਆ। ਅਫਸਰਸ਼ਾਹੀ ਜਿਹੜੀ ਹੈ ਉਹ ਉੱਥੋਂ ਪੈਦਾ ਹੋਣੀ ਹੈ, ਨਾ ਕਿ ਗਰੀਬਾਂ ਦੇ ਨਿਆਣਿਆਂ ਨੂੰ ਪੈਦਾ ਹੋਣੀ ਹੈ। ਰਿਜ਼ਰਵੇਸ਼ਨ ਦਾ ਤਾਂ ਹੀ ਫਾਇਦਾ ਲੈ ਸਕਦੇ ਆ ਜੇ ਸਾਡੇ ਬੱਚੇ ਪੜ੍ਹਨਗੇ।
ये +2 MA BEd M.Com B.Com इंजीनियरिंग डिप्लोमे करनगे ਤਾਂ ਹੀ ਅਸੀਂ ਉਹ ਰਿਜ਼ਰਵੇਸ਼ਨ ਦਾ ਫਾਇਦਾ ਲੈ ਸਕਦੇ ਹਾਂ। ਹਾਲਾਂਕਿ ਘਰ ਬੈਠਿਆਂ ਨੂੰ ਸਾਨੂੰ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਣਾ। ਸੋ ਜੋ ਅੰਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਲਿਖ ਕੇ ਦਿੱਤਾ ਆ, ਫੰਡਾਮੈਂਟਲ ਰਾਈਟ ਹੈ, ਸਾਡਾ ਮੌਲਿਕ ਅਧਿਕਾਰ ਹੈ। ਜੋ ਐਜੂਕੇਸ਼ਨ ਜ਼ਰੂਰੀ ਹੈ, ਸਭ ਤੋਂ ਪਹਿਲਾਂ ਐਜੂਕੇਸ਼ਨ ਜ਼ਰੂਰੀ ਹੈ। ਜੇ ਆਪਣੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇਵਾਂਗੇ ਤਾਂ ਹੀ ਅਸੀਂ ਰਿਜ਼ਰਵੇਸ਼ਨ ਦਾ ਫਾਇਦਾ ਲੈ ਸਕਾਂਗੇ, ਤਾਂ ਹੀ ਅਸੀਂ ਤਰੱਕੀ ਕਰ ਸਕਾਂਗੇ। ਨਹੀਂ ਤਾਂ ਜੋ ਮਨੂਵਾਦੀ ਤਾਕਤਾਂ ਆ ਅੱਜ ਫੇਰ ਉਹ ਸਾਨੂੰ ਢਾਹ ਲਾ ਰਹੀਆਂ, ਅੱਜ ਫੇਰ ਸਾਡੇ ਵਿੱਚ ਫੁੱਟ ਪਾ ਰਹੀਆਂ। ਅੱਜ ਤੁਸੀਂ ਦੇਖ ਲਓ ਜਿਹੜੀਆਂ ਮੌਜੂਦਾ ਸਰਕਾਰਾਂ 70 ਸਾਲ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸਾਡਾ, ਅੱਜ 70 ਸਾਲ ਹੋ ਚੱਲੇ ਆ। 70 ਸਾਲਾਂ ਦੇ ਵਿੱਚ ਆਪਾਂ ਉਸ ਸੰਵਿਧਾਨ ਦੀ ਕਿੰਨੀ ਕੁ ਪਾਲਣਾ ਕੀਤੀ ਹੈ, ਜਾਂ ਸਰਕਾਰਾਂ ਨੇ ਰਾਜ ਕਰਦੀਆਂ ਸਰਕਾਰਾਂ ਨੇ 70 ਸਾਲ ਤੋਂ ਰਾਜ ਕਰਦੀਆਂ, ਉਹਨਾਂ ਨੇ ਸਾਡੇ ਸੰਵਿਧਾਨ ਦੀ ਕਿੰਨੀ ਕੁ ਰੱਖਿਆ ਕੀਤੀ ਆ। ਸੰਵਿਧਾਨ ਦੇ ਮੁਤਾਬਕ ਸਾਨੂੰ ਕੀ ਸਹੂਲਤਾਂ ਦੀਆਂ, ਉਲਟਾ ਸਾਡੇ ਦੇ ਵਿੱਚ ਫੁੱਟ ਪਾਈ ਜਾ ਰਹੀ ਹੈ। ਤੁਸੀਂ ਦੇਖ ਲਓ ਸਾਨੂੰ ਅੱਜ 2 ਰੁਪਏ ਕਿਲੋ ਕਣਕ ਦਾ ਲਾਲਚ ਦੇ ਕੇ 10 ਰੁਪਏ ਕਿਲੋ ਦਾਲਾਂ ਦਾ ਲਾਲਚ ਦੇ ਕੇ ਸਾਡੀਆਂ ਵੋਟਾਂ ਲਈਆਂ ਜਾ ਰਹੀਆਂ। ਕਿਉਂ ਸਾਡਾ ਚਿੱਤ ਨਹੀਂ ਕਰਦਾ ਸਾਡੇ ਬੱਚੇ ਵੀ ਕੋਠੀਆਂ ਲਾਉਣ, ਸਾਡੇ ਬੱਚੇ ਵੀ ਕਾਰਾਂ 'ਚ ਘੁੰਮਣ। ਸਾਨੂੰ ਉਹ ਭਿਖਾਰੀ ਬਣਾ ਕੇ ਰੱਖਦਾ ਇਹਨਾਂ ਲੋਕਾਂ ਨੂੰ। ਸਾਨੂੰ ਦੱਸੋ, ਮੈਂ ਇਹੀ ਅਪੀਲ ਕਰਦਾ ਕਿ ਆਪਾਂ ਜੋ ਜਨਮ ਦਿਨ ਮਨਾਉਂਦੇ ਆ, ਆਪਾਂ ਇਹ ਜਿਹੜੇ ਸਾਲ ਬਾਅਦ ਜਨਮ ਦਿਨ ਮਨਾ ਲਿਆ, ਇਸ ਪ੍ਰਕਿਰਿਆ ਨੂੰ ਰੋਜ਼ ਜਾਰੀ ਰੱਖਣਾ। ਅੱਜ 4 ਬੰਦਿਆਂ ਨੂੰ ਜਾਗਰਤ ਕਰੋ, ਕੱਲ ਨੂੰ 8 ਬੰਦਿਆਂ ਨੂੰ ਜਾਗਰਤ ਕਰੋ, 1 ਪਿੰਡ ਜਾਗਰਤ ਹੋਊਗਾ, ਕੱਲ ਨੂੰ ਪਰਸੋਂ ਨੂੰ 2 ਪਿੰਡ ਜਾਗਰਤ ਹੋਣਗੇ, ਇਸ ਤਰ੍ਹਾਂ 10 ਪਿੰਡ ਜਾਗਰਤ ਹੋਣਗੇ, ਬਲਾਕ ਜਾਗਰਤ ਹੋਊਗਾ, ਬਲਾਕ ਜਾਗਰਤ ਜ਼ਿਲ੍ਹਾ ਜਾਗਰਤ ਹੋਊਗਾ, ਜ਼ਿਲ੍ਹੇ ਤੋਂ ਬਾਅਦ ਸੂਬਾ ਜਾਗਰਤ ਹੋਊਗਾ। ਇਹ ਤਾਂ ਸਾਡੇ ਲੋਕਾਂ ਦਾ ਸੁਧਾਰ ਹੋਣਾ, ਨਹੀਂ ਤਾਂ ਨਹੀਂ ਹੋਣਾ। ਅੱਜ ਤੁਸੀਂ ਇਹ ਨਾਟਕ ਦੇਖਿਆ, ਅੰਬੇਦਕਰ ਸਾਹਿਬ ਨੇ ਸਾਡੇ ਲਈ ਕਿੰਨਾ ਕੁਝ ਲਿਖਿਆ, ਕਿੰਨੀ ਘਾਲਣਾ ਘਾਲੀ ਉਹਨਾਂ ਨੇ। ਜ਼ਿੰਦਗੀ ਆਪਣੀ ਉਹਨੇ ਸਾਰੀ ਇਸ ਕੰਮ ਲਈ ਲਾ ਦਿੱਤੀ, ਭੁੱਖੇ ਰਹਿ ਕੇ ਬੱਚਿਆਂ ਦੀ ਬਿਮਾਰੀ ਦਾ ਇਲਾਜ ਨਹੀਂ ਕਰਾ ਸਕੇ। ਉਹ ਕਾਹਦੇ ਲਈ? ਇੱਕ ਸਾਡੀ ਕੌਮ ਦੀ ਖਾਤਰ ਉਹਨਾਂ ਦਾ ਧਿਆਨ ਇੱਧਰ ਸੀ, ਕਿਤਾਬਾਂ ਲੈਂਦੇ ਸੀ, ਪੜ੍ਹਦੇ ਸੀ। ਉਹ ਸਿਰਫ ਪੜ੍ਹਦੇ ਇਸ ਕਰਕੇ ਸਾਡੇ ਲਈ ਪੜ੍ਹਦੇ ਆ ਕਿ ਉਹਨਾਂ ਦਾ ਪੜ੍ਹਿਆ ਅੱਜ ਸਾਡੇ ਕੰਮ ਆ ਰਿਹਾ। ਅਸੀਂ ਉਸ ਸੋਚ ਨੂੰ ਅੱਗੇ ਤੋਰਨਾ। ਸੋ ਬਹੁਤਾ ਮੈਂ ਸਮਾਂ ਨਾ ਲੈਂਦਾ ਹੋਇਆ ਇੰਨਾ ਧੰਨਵਾਦ ਕਰਦਾ। ਥੈਂਕ ਯੂ। ਜੈ ਭੀਮ, ਜੈ ਭਾਰਤ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਅੱਜ ਰੌਣਕ ਨੂੰ ਵਧਾਇਆ। ਤੇ ਹੁਣ ਜੈ ਭੀਮ, ਜੈ ਭਾਰਤ। ਇਹਨਾਂ ਤੋਂ ਬਾਅਦ ਸਤਪਾਲ ਗੜੋਚ, ਗਿਆਨ ਕੌਰ ਸਾਬਕਾ ਸਰਪੰਚ, ਸਤਪਾਲ ਸਰੋਏ ਦੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਹੋਵੇ, ਰੂਪਲਾ ਬਸਰਾ ਜੀ USA ਤੋਂ, ਉਹਨਾਂ ਦਾ ਸਨਮਾਨ ਰੂਪਲਾ ਜੀ ਹੈਗੇ ਸੀ। DJ ਦੀਨ ਫਗਵਾੜਾ ਬੈਜਲਾ ਜੀ, ਉਹਨਾਂ ਦਾ ਸਨਮਾਨ। ਕੈਪਟਨ ਪੱਖਾ ਸਿੰਘ ਜੀ, ਸੋਨੂ ਮੰਗਾ, ਸੋਨੂ ਮੰਗਾ, ਲੱਕੀ ਬੰਗਾ ਤੇ ਪ੍ਰੇਮ ਸਿੰਘ ਜੀ, ਪ੍ਰੇਮ ਲਾਲਾ ਆਜਾ। ਸਾਡੇ ਕਾਂਚੀ ਟੀਵੀ ਤੋਂ ਜਿਹੜੇ ਭਾਈ ਸਾਹਿਬ ਫਿਲਮ ਬਣਾ ਰਹੇ ਨੇ ਉਹ ਵੀ ਆ ਜਾਣ। ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਸਾਹਿਬ ਸ਼੍ਰੀ ਬਿਹਾਰੀ ਲਾਲ ਜੀ ਸਿੰਘ ਜੀ ਸਾਹਿਬ, ਉਹਨਾਂ ਦਾ ਸਨਮਾਨ। ਬਹੁਤ ਬਹੁਤ ਧੰਨਵਾਦ। ਹਰੇਕ ਸਾਲ ਸਾਡੇ ਦਰਮਿਆਨ ਪਹੁੰਚਦੇ ਨੇ, ਇੱਕ ਇੱਕ ਕਦਮ ਸਾਡਾ ਸਿਰ ਮੱਥੇ। ਰੰਗਮੰਚ, ਆਜ਼ਾਦ ਰੰਗਮੰਚ। ਉਹਨੇ ਕੋਈ ਨਹੀਂ ਚਲੋ ਠੀਕ ਹੈ।
ਰਾਕਲ ਮੰਚ ਨੂੰ ਸਨਮਾਨਿਤ ਕਰਦੇ ਪਹਿਲਾਂ ਕੋਈ ਗੱਲ ਨਹੀਂ। ਸ਼ਿੰਦਾ ਸੌਣ ਸਲਸ ਅੱਡਾ ਘੁੰਮਣ ਕਮਲਜੀਤ ਦੜੋਜ ਇਨ ਗੱਡੀ ਦੀ ਸੇਵਾ ਕੀਤੀ ਬਹੁਤ। ਮਾਂਗਟ ਟੈਂਟ ਹਾਊਸ ਅੱਡਾ ਘੁੰਮਣ ਕਮਲਜੀਤ ਬੰਗਾ ਸਾਡੇ बहुत ही सत्कारयोग चेयरमैन कमलजीत जी जिला परिषद मैंबर उन्होंने सम्मान करो कमेटी मैंबर अगे साडे माता देसराज जी डॉक्टर बलवीर सिंह जी बलविंदर सिंह एएसए साहब उन्होंने करता पहला कुलविंदर सिंह पुत्र जीतराम जी डॉक्टर बलवीर सिंह जी हो गए नरेंद्र सिंह जी उन्होंने डैडी मनोहर लाल जी को आ जाए मनोहर लाल जी आ गए कमलजीत बंगा मांगट टेंट हाउस साडा घुम्मण उन्हें मम्मी आए बहुत बहुत धन्यवाद। हुण जिन्ना चर कलाकार तैयार हो रहे हैं उन्ना चर साडे बहुत ही सत्कारयोग बिहारी लाल सिंधी जी वो अपना 5-7 मिनट ਲਈ अपना प्रोग्राम पेश करेंगे। दाखला में ले दूती है काल जित दाखला में ले दूती है तेनू दो
ਮੱਤ ਮਰ ਜਾਂਦੇ ਜੱਗ ਦੀਆਂ ਤੌਮਤਾਂ ਤੋਂ ਸਾਨੂੰ ਤੂੰ ਬਚਾਈ ਜੀ ਸਦਕੇ ਤੂੰ ਭਾਵੇਂ ਕਰ ਲੈ ਪੜੀਆਂ ਮੇਰੀ ਪੱਗ ਨੂੰ ਦਾਗ ਨਾ ਲਾਈ ਜੀ ਸਦਕੇ ਤੂੰ ਭਾਵੇਂ ਕਰ ਲੈ ਪੜੀਆਂ ਚਿੱਟੀ ਪੱਗ ਨੂੰ ਦਾਗ ਨਾ ਲਾਈ ਤੂੰ ਹੀ ਮੇਰਾ ਪੁੱਤ ਏ ਤੂੰ ਹੀ ਮੇਰੀ ਧੀ ਅਸੀਂ ਤਾਂ ਜਦ ਵੀ ਉੱਡਾਂਗੇ ਸਣੇ ਪਿੰਜਰੇ ਉੱਡਾਂਗੇ ਅਸੀਂ ਤਾਂ ਜਦ ਵੀ ਸੋ ਇਹ ਸੀ ਕੋਰੀਓਗ੍ਰਾਫੀ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦੀ ਪੇਸ਼ਕਾਰੀ ਮੇਰੀ ਵੀ ਇੱਕ ਬੇਟੀ ਹੈ ਜੂਡੋ ਕਰਾਟੇ ਦੀ ਉਹ ਨੈਸ਼ਨਲ ਲੈਵਲ ਦੀ ਚੈਂਪੀਅਨ ਹੈ ਬਲੈਕ ਬੈਲਟ ਹੈ ਉਸਦੇ ਪਾਸ ਔਰ ਇੱਟ ਜਿਸ ਨੂੰ ਅਸੀਂ ਹਥੌੜੇ ਨਾਲ ਤੋੜਦੇ ਹਾਂ ਉਹ ਆਪਣੀ ਮੁੱਕੀ ਨਾਲ ਤੋੜ ਦਿੰਦੀ ਹੈ ਔਰ ਬਰਫ਼ ਦੀ ਕਿੱਡੀ ਭਾਰੀ ਸੈੱਲ ਹੁੰਦੀ ਹੈ ਉਹ ਕੂਣੀ ਦੇ ਝਟਕੇ ਨਾਲ ਤੋੜ ਦਿੰਦੀ ਹੈ 12 ਬੰਦੇ ਉਸ ਨੂੰ ਕਿਰਪਾਨਾਂ ਡਾਂਗਾ ਲੈ ਕੇ ਚਾਰੋਂ ਪਾਸੇ ਘੇਰਾ ਪਾ ਲੈਂਦੇ ਨੇ ਬਿਨਾਂ ਹਥਿਆਰ ਤੋਂ ਜੰਪ ਮਾਰ ਕੇ ਬਾਹਰ ਆ ਜਾਂਦੀ ਹੈ ਉਹਦਾ ਘਰ ਵਾਲਾ ਜਦੋਂ ਉਹਨੂੰ ਵਿਆਹਣ ਲਈ ਆਇਆ ਸੀ ਤਾਂ ਆਪਣੀ ਜਿਹੜੀ ਇੰਡੀਆ ਦੀ ਫੌਜ ਹੈ ਉਸ ਵਿੱਚ ਕੈਪਟਨ ਦੇ ਅਹੁਦੇ ਤੇ ਸੀ ਕੈਪਟਨ ਦਾ ਅਹੁਦਾ ਸਿਵਲ ਚ SHO ਦੇ ਬਰਾਬਰ ਹੁੰਦਾ ਹੈ ਪਰ ਇਸ ਵੇਲੇ ਉਹ ਆਪਣੀ ਜਿਹੜੀ ਭਾਰਤ ਦੀ ਗੋਰਖਾ ਰੈਜੀਮੈਂਟ ਹੈ ਉਸ ਦਾ ਕੰਪਨੀ ਕਮਾਂਡਰ ਹੈ ਸਭ ਤੋਂ ਵੱਡਾ ਅਫਸਰ ਔਰ ਮੈਂ ਉਸ ਨੂੰ ਪੁੱਛਦੀ ਹੁੰਦੀ ਹਾਂ ਕਿ ਤੂੰ ਇੰਨੀ ਛੋਟੀ ਉਮਰ 'ਚ ਐਡਾ ਵੱਡਾ ਕਿਵੇਂ ਕਮਾਂਡਰ ਬਣ ਗਿਆ ਹਮੇਸ਼ਾ ਇੱਕੋ ਹੀ ਜਵਾਬ ਦਿੰਦਾ ਹੈ ਕਿ ਜੇ ਤੁਹਾਡੀ ਬੇਟੀ ਮੇਰੀ ਬੈਕ ਤੇ ਨਾ ਹੁੰਦੀ ਤਾਂ ਮੈਂ ਕੈਪਟਨ ਦਾ ਕੈਪਟਨ ਹੀ ਰਹਿ ਜਾਣਾ ਸੀ ਅਮਰਜੀਤ ਮੋਹੀ ਜ਼ੋਰਦਾਰ ਤਾੜੀਆਂ ਲਾਓ ਪਹਿਲੇ ਨਾਟਕ ਵਿੱਚ ਪਹਿਲਾਂ ਪੰਡਤ ਬਣਿਆ ਫਿਰ ਗਾਂਧੀ ਬਣਿਆ ਤੇ ਹੋਰ ਵੀ ਬਹੁਤ ਸਾਰੇ ਰੋਲਾਂ ਵਿੱਚ ਆਇਆ ਇਹ ਜਿਹੜਾ ਨਾਟਕ ਸੀ ਇਹਦਾ ਲਿਖਿਆ ਹੋਇਆ ਸੀ ਮੀਤ ਅਮਰਜੀਤ ਨੂੰ ਮੋਗੇ ਤੋਂ ਆਉਂਦਾ ਹੈ ਸਾਡਾ ਸੀਨੀਅਰ ਕਲਾਕਾਰ ਹੈ ਪਰਮਿੰਦਰ ਮਡਾਲੀ ਬਹੁਤ ਸਾਰੇ ਰੋਲਾਂ ਵਿੱਚ ਤੁਸੀਂ ਇਸ ਨੂੰ ਦੇਖਿਆ ਤੁਹਾਡੇ ਲਾਗੇ ਹੀ ਮਡਾਲੀ ਪਿੰਡ ਦਾ ਨੌਜਵਾਨ ਹੈ ਔਰ ਵਰਲਡ ਲੈਵਲ ਦੀਆਂ ਕਾਨਫਰੰਸਾਂ 'ਚ ਆਜ਼ਾਦ ਰੰਗਮੰਚ ਦੀ ਛਾਪ ਸਾਰੇ ਭਾਰਤ ਵਿੱਚ ਲਾ ਕੇ ਆਇਆ ਹੈ ਸਾਡਾ ਬਾਲ ਕਲਾਕਾਰ ਹੈ ਛੋਟੇ ਭੀਮ 'ਚ ਦੇਖਿਆ ਹੋਰ ਵੀ ਬਹੁਤ ਸਾਰੇ ਰੋਲ ਨੇ ਮਾਈਕ ਦੇ ਦਿਓ ਉਹਨੂੰ ज्योति बांसल जोरदार तालियां लाओ साडी सीनियर कलाकार है और बहुत सारिया साडियां समाजक रीतियां ते बड़ियां फिल्मां विच मेन रोल कर चुकी है और नर्सरी च पढ़दी सी जद दी साडे आजाद रंगमंच नाल जुड़ी है और 12 स्टेटां विच पंजाब दा बहुत बड़ा नाम आजाद रंगमंच राही लवा के आई है मिलन साडे म्यूजिक डायरेक्टर इधर सुरेंद्र जी बैठे हैं उन्हां दी बेटी है पढ़न नूं भी बहुत होशियार है ते नाटकां विच भी अक्सर रात नूं छुट्टी वाले दिन साडे नाल जांदी है ये साडी बच्ची सीरत जोरदार ताड़ियां लाओ निक्की बच्ची कुछ दिनां दी सी जाती है नाटकां नाल जुड़ी है
ਔਰ ਨਾਟਕਾਂ ਦਾ ਸ਼ੌਂਕ ਇਹੋ ਜਿਹਾ ਪਾਲ ਲਿਆ ਹੈ ਕਿ ਜਦੋਂ ਅਸੀਂ ਅਜੇ ਗੱਡੀ 'ਚ ਬੈਠੇ ਵੀ ਨਹੀਂ ਹੁੰਦੇ, ਸਾਡੇ ਗੱਡੀ 'ਚ ਬੈਠਣ ਤੋਂ ਪਹਿਲਾਂ ਹੀ ਗੱਡੀ 'ਚ ਜਾ ਕੇ ਬੈਠ ਜਾਂਦੀ ਹੈ। ਪੜ੍ਹਨ ਨੂੰ ਵੀ ਸੁਰਖੀਰਤ, ਜ਼ੋਰਦਾਰ ਤਾੜੀਆਂ ਲਾਓ ਬੱਚੇ ਦੇ ਨਾਮ ਤੇ। परमजीत कौर साडे डायरेक्टर कमनो बांसल दी पत्नी है, इंग्लिश दी MA है, BEd है और एक दिल्ली बोर्ड दे स्कूल दे विच इंग्लिश दी लेक्चरर है। मोहित साडा सीनियर कलाकार है, बहुत सारे रोलों विच इसनूं देखिया तुसी। जोरदार ताड़ियां लाओ जिन्ना म्यूजिक चलिया है इधर इन्हां दी निर्देशना हेठ चलिया है और सवेर नूं स्कूल विच पढ़ाउंदे हन, छुट्टी वाले दिन ते शाम नूं हमेशा साडे नाल जांदे हन। कल असीं आनंदपुर साहब विच विरासते खालसा विच एक बहुत बड़ा प्रोग्राम सी बाबा साहब बारे, उत्थे हाजरी लवा के आए हां। बबीत त्रेता, जोरदार ताड़ियां। बहुत सारे रोलों विच वेखिया तुसी, हर रोल इस ते फिट होता है और होश करो लोगों विच दूसरे पुलिस का रोल किया इसने ते द ग्रेट अंबेडकर विच बहुत सारे रोलों विच आया। साडा सीनियर कलाकार वर्ल्ड लेवल दियां कॉन्फ्रेंसां च आजाद रंगमंच का नाम दुनिया के मन नक्शे ते लिख के आया है। प्रेम जी कांची टीवी नाल जुड़े हुए हैं, साडे कलाकार हैं। जोरदार ताड़ियां देव विरक ते उस तो बाद द ग्रेट अंबेडकर विच अंबेडकर दा रोल कीता जिहड़ा आजाद रंगमंच दुआबे दी धरती ते बन रहा है। इहदे परिवार ने सानू जमीन ओली नोट विच दित्ती है, उत्थे असीं कला भवन बना रहे हाँ। आजाद रंगमंच काफला बन के तुर रहा है, समाजक कुरीतियां, भ्रूण हत्या, दाज, नशियां के खिलाफ। सो इधर कुछ किताबां रखियां हैं, किताबां नूं अपने मित्र बनाओ, अपनियां दोस्त बनाओ। किताबां बहुत कुछ सानू सिखाउंदियां हैं, बहुत सस्तियां देवांगे, 100-200 की किताब। जय भीम जय भारत। इत्थे ही प्रोग्राम की समाप्ति है ते सारी संगत ने अंदर चाह का लंगर तैयार है, चाह छक के जानी। जय भीम जय भारत, बहुत बहुत धन्यवाद। जय गुरुदेव धन गुरुदेव, जय गुरुदेव धन गुरुदेव। कोई जाने ना जाने मेरा सतगुर दिल दियां जाने, कोई जाने ना जाने मेरा सतगुर दिल दिया जाने। कोई जाने ना जाने मेरा सतगुर दिल दियां जाने। सतगुर दिल दियां जाने, कांची वाला दिल दियां जाने। कोई जाने ना जाने मेरा सतगुर दिल दियां जाने।